ਕਿੱਦਾਂ ਸਬੱਬ ਬਣਿਆ ਫਿਰ ਪੰਜਾਬ ਤੋਂ ਕੈਨੇਡਾ ਉਡਾਰੀ ਮਾਰ ਲਈ ਕੰਪਲੀਟਲੀ ਟੋਟਲੀ ਆ ਗਏ ਮੈਂ ਇੱਧਰ? ਐਕਚੁਅਲੀ ਇੱਕਦਮ ਹੀ ਮੇਰਾ ਪਲਾਨ ਬਣਿਆ ਆਉਣ ਦਾ। ਸੋ ਮੈਨੂੰ ਇਹ ਸੀਗਾ ਕਿ ਵਿਕੇਸ਼ਨਸ 'ਤੇ ਮੈਂ ਜਾਣਾ ਹੈ, ਅਤੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਕੈਨੇਡਾ ਜਾਣਾ ਚਾਹੀਦਾ। ਇੱਥੇ ਮੇਰੀ ਫੈਮਿਲੀ ਰਹਿੰਦੀ ਹੈ, ਮੇਰੀ ਸਿਸਟਰਸ ਰਹਿੰਦੀਆਂ। ਅੱਛਾ। ਸੋ ਫਿਰ ਮੈਂ ਉਹਨਾਂ ਕੋਲ ਆਈ ਹਾਂ। ਸਾਵਨ, ਇੱਕ ਘੁੰਮਣ ਫਿਰਨ ਵਾਲਾ ਟੂਰ ਹੈ ਜਾਂ ਕਦੀ ਇੱਦਾਂ ਸੋਚਿਆ ਵੀ ਹੁਣ ਦੇਖਿਆ ਜਾਏ ਤਾਂ ਪੰਜਾਬ ਜਿਹੜਾ ਆ ਕੈਨੇਡਾ ਸੈੱਟ ਹੋ ਰਿਹਾ, ਜਾਂ ਆਪਾਂ ਕਹਿ ਸਕਦੇ ਨਿਊਜ਼ੀਲੈਂਡ, ਆਸਟ੍ਰੇਲੀਆ, ਜ਼ਿਆਦਾਤਰ ਕੈਨੇਡਾ ਆਪਾਂ ਕਹਿ ਸਕਦੇ। ਅਤੇ ਤੁਹਾਡੇ ਦਿਮਾਗ 'ਚ ਨਹੀਂ ਆਇਆ ਵੀ ਹੁਣ ਅੱਧੀ ਤੋਂ ਜ਼ਿਆਦਾ ਮੇਰੀ ਇੰਡਸਟਰੀ ਵੀ ਉੱਥੇ ਆ, ਫੈਮਿਲੀ ਵੀ ਉੱਥੇ, ਉੱਧਰ ਨੂੰ ਹੀ ਤੁਰਦੇ ਆ? ਨਹੀਂ, ਮੇਰਾ ਹਾਲੇ ਤਾਂ ਇੱਦਾਂ ਦਾ ਕੋਈ ਮਨ 'ਚ ਇੱਦਾਂ ਦੀ ਗੱਲ ਨਹੀਂ ਆਈ, ਕਿਉਂਕਿ ਮੈਨੂੰ ਇਹ ਹੈ ਕਿ ਮੇਰਾ ਪ੍ਰੋਫੈਸ਼ਨ ਮੇਰੇ ਲਈ ਬਹੁਤ ਇੰਪੋਰਟੈਂਟ ਆ। ਸੋ ਮੇਰਾ ਪ੍ਰੋਫੈਸ਼ਨ ਜਿੱਥੇ ਆ ਮੈਂ ਉੱਥੇ ਆ। ਸੋ ਪੰਜਾਬ 'ਚ ਬਹੁਤ ਵਧੀਆ ਆਪਣੀ ਇੰਡਸਟਰੀ ਜਿਹੜੀ ਆ ਕੰਮ ਕਰ ਰਹੀ ਹੈ। ਮੈਂ ਚਾਹੁੰਦੀ ਹਾਂ ਕਿ ਉਹ ਮੈਨੂੰ ਇਹ ਲੱਗਦਾ ਕਿ ਚਾਹੇ ਇੱਥੇ ਰਹਿੰਦੇ ਨੇ ਵੀ ਇੱਥੇ ਵੀ ਸਾਡੀ ਜਿਹੜੀ ਇੰਡਸਟਰੀ ਆ ਹੋਰ ਗਰੋ ਕਰੇ, ਤਾਂ ਕਿ ਅਸੀਂ ਕਦੀ ਇੱਧਰ ਆ ਗਏ ਕਦੀ ਉੱਧਰ ਚਲੇ ਗਏ। ਸੋ ਸਾਡੇ ਹੀ ਨੇ ਸਾਰੇ। ਵੈਸੇ ਦੇਖੋ, ਤੁਹਾਨੂੰ ਇਹ ਥੋੜ੍ਹੀ ਐਜ਼ ਐਨ ਆਰਟਿਸਟ ਨਾ ਕਿੰਨੀ ਫਰੀਡਮ ਹੁੰਦੀ ਹੈ। ਮਤਲਬ ਜਿੱਥੇ ਜੀ ਕਰਦਾ ਉੱਥੇ ਉਡਾਰੀ ਮਾਰ ਸਕਦੇ ਹੋ, ਜਿੱਥੇ ਜੀ ਕਰਦਾ ਉੱਥੇ ਜਾ ਕੇ ਆਪਾਂ ਸ਼ੂਟ ਕਰ ਸਕਦੇ ਹਾਂ, ਫਿਲਮ ਕਰ ਸਕਦੇ ਹਾਂ, ਵਾਪਸ ਆ ਸਕਦੇ ਹੈ ਨਾ ਜੀ। ਮਤਲਬ ਇਹ ਚੀਜ਼ ਤਾਂ ਹੈ, ਔਰ ਮੈਂ ਇਸ ਚੀਜ਼ ਨੂੰ ਇੰਜੋਏ ਵੀ ਕਰਦੀ ਹਾਂ, ਕਿਉਂਕਿ ਲਾਈਫ ਦੇ ਵਿੱਚ ਆਫਟਰ ਗ੍ਰੈਜੂਏਸ਼ਨ ਮੈਂ ਫਿਲਮਾਂ ਦੇ ਵਿੱਚ ਹੈ ਨਾ ਮੇਰਾ ਸਬੱਬ ਬਣ ਗਿਆ। ਅਤੇ ਵਿਕੇਸ਼ਨਸ ਜੇ ਆਪਾਂ ਕਰੀਏ, ਮੈਂ ਫੋਰ ਦਾ ਵੈਰੀ ਫਸਟ ਟਾਈਮ ਹੁਣ ਮੀ ਟਾਈਮ ਜਿਹੜਾ ਹੈ ਉਹ ਇੰਜੋਏ ਕਰ ਰਹੀ ਹਾਂ। ਅੱਛਾ। ਅਤੇ ਆਈ ਐਮ ਬਲੈਸਡ ਕਿ ਮਤਲਬ ਮੇਰੀ ਫੈਮਿਲੀ ਇੱਥੇ, ਅਤੇ ਉਹ ਮੈਨੂੰ ਇੰਨਾ ਕੁ ਜ਼ਿਆਦਾ ਮਤਲਬ ਵਧੀਆ ਤਰੀਕੇ ਨਾਲ ਘੁਮਾ ਰਹੇ ਨੇ ਕਿ ਮਤਲਬ ਮੈਨੂੰ ਫੀਲ ਹੀ ਨਹੀਂ ਹੋ ਰਿਹਾ ਕਿ ਮਤਲਬ ਮੈਂ ਥੋੜ੍ਹੀ ਓਪਰੀ ਜਗ੍ਹਾ 'ਤੇ ਆਈ ਹਾਂ। ਜਿਹੜੇ ਘੁੰਮਣ ਫਿਰਨ ਆਉਂਦੇ ਨੇ ਉਹਨਾਂ ਨੂੰ ਕੁਛ ਫੀਲ ਨਹੀਂ ਹੁੰਦਾ, ਫੈਮਿਲੀ ਫੀਲ ਕਰਾਉਣ ਹੀ ਨਹੀਂ ਦਿੰਦੀ। ਜਿਹੜੇ ਤਾਂ ਇਹ ਕਹਿ ਦਿੰਦੇ ਹੁਣ ਅਸੀਂ ਆ ਗਏ ਜੀ, ਫਿਰ ਸਾਰੀ ਫੀਲਿੰਗ ਉੱਥੋਂ ਸ਼ੁਰੂ ਹੋ ਜਾਂਦੀ ਹੈ। ਸਹੀ ਗੱਲ ਹੈ। ਅੱਛਾ ਸਾਵਨ, ਫਿਲਮਾਂ ਦੀ ਚੋਇਸ ਜਿਹੜੀ ਹੈ ਨਾ ਤੁਹਾਡੀ ਹਮੇਸ਼ਾ ਬਿਹਤਰੀਨ ਰਹੀ ਹੈ। ਦੈਟਸ ਸਮਥਿੰਗ ਦੈਟ ਆਈਵ ਸੀਨ। ਮਤਲਬ ਇੱਕ ਵਾਰ ਆਪਾਂ ਕਹਿੰਦੇ ਹੁੰਦੇ ਹਾਂ ਫॉर द ਹੈਕ ਆਫ ਇਟ ਫਿਲਮ ਕਰਨਾ, ਉੱਦਾਂ ਨਹੀਂ ਕੀਤੀਆਂ ਤੁਸੀਂ। ਵਧੀਆ ਪ੍ਰੋਜੈਕਟਸ ਨਾਲ ਐਂਡ ਸਬਸਟੈਂਸ਼ੀਅਲੀ ਗੁੱਡ ਰੋਲਸ ਆਲਸੋ, ਹੈ ਨਾ। ਜਿੱਦਾਂ ਇੱਕ ਐਕਟਰਸ ਦਾ ਕੰਮ ਹੁੰਦਾ ਰਨਿੰਗ ਅਰਾਊਂਡ ਦ ਟਰੀਜ਼, ਗਾਣੇ ਗਾਲੇ, ਕੱਪੜੇ ਬਦਲ ਲਏ, ਕਾਸਟਿਊਮ ਵਧੀਆ ਵਧੀਆ ਪਾ ਲਏ, 2 ਵਾਰ ਰੋ ਵੀ ਲਏ, 2 ਵਾਰ ਹੱਸ ਲਏ, ਉਹ ਤੋਂ ਜ਼ਿਆਦਾ ਕੀਤਾ ਆ ਤੁਸੀਂ। ਇਹ ਕੌਨਸ਼ੀਅਸ ਐਫਰਟ ਪਾ ਕੇ ਕੀਤਾ ਆ ਵੀ ਮੈਂ ਬਾਕੀਆਂ ਨੂੰ ਦੇਖ ਲਿਆ, ਸਾਰੀਆਂ ਆਰਟਿਸਟ ਐਕਟਰਸਿਸ ਨੂੰ ਜਾਂ ਫੀਮੇਲ ਆਰਟਿਸਟ ਨੂੰ, ਅਤੇ ਹੁਣ ਮੈਂ ਕੁਛ ਲਹਿਦਾ ਕਰਨਾ ਚਾਹੁੰਦੀ ਹਾਂ। ਐਕਚੁਅਲੀ ਮੈਨੂੰ ਸੱਚੀ ਆਈ ਐਪਰੀਸ਼ੀਏਟ ਯੂਅਰ ਮਤਲਬ ਕੁਐਸਚਨ ਕਿ ਤੁਸੀਂ ਇੰਨਾ ਜ਼ਿਆਦਾ ਮੈਨੂੰ ਓਬਜ਼ਰਵ ਕਰਕੇ, ਮਤਲਬ ਆਈ ਫੀਲ ਬਲੈਸਡ ਕਿ ਤੁਸੀਂ ਮੈਨੂੰ ਇੰਨਾ ਓਬਜ਼ਰਵ ਕਰਕੇ ਮੈਨੂੰ ਇਹ ਕੁਐਸਚਨ ਪੁੱਛਿਆ। ਐਕਚੁਅਲੀ ਗੱਲ ਸਿਰਫ ਇਹ ਨਹੀਂ ਹੈ ਕਿ ਬੈਕਗਰਾਊਂਡ ਥੀਏਟਰ ਆ ਜਾਂ ਮੈਂ ਬਹੁਤ ਜ਼ਿਆਦਾ ਆਪਣੇ ਕਰੀਅਰ ਨੂੰ ਲੈ ਕੇ ਜਾਂ ਐਕਟਿੰਗ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਸੀਰੀਅਸ ਹਾਂ ਆਪਣੇ ਕੰਮ 'ਚ। ਸੋ ਇਸ ਕਰਕੇ ਮੈਨੂੰ ਇਹ ਹੁੰਦਾ ਹੈ ਕਿ ਸ਼ੁਰੂ ਤੋਂ ਹੀ ਮੈਨੂੰ ਇਹ ਸੀਗਾ ਕਿ ਮੈਂ ਕੁਛ ਵੱਖਰਾ ਕਰਨਾ ਹੈ। ਮਤਲਬ ਮੇਰਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ, ਮੈਂ ਆਪਣਾ ਵੱਖਰਾ ਇੱਕ ਆਪਣੀ ਪਹਿਚਾਣ ਬਣਾਉਣੀ ਆ, ਆਪਣੀ ਜਿਹੜੇ ਇੰਡਸਟਰੀ ਆ ਉਹਨੂੰ ਗਰੋ ਕਰਨਾ। ਮੇਰੇ ਥਰੂ ਕੀ ਮੇਰੇ ਐਫਰਟਸ ਨੇ। ਸੋ ਇੰਨੀ ਇੱਕ ਐਫਰਟ ਆਪਣੇ ਮਨ 'ਚ ਹੁੰਦਾ ਹੈ ਕਿ ਮੈਨੂੰ ਡਿਫਰੈਂਟ ਕਰੈਕਟਰਸ ਕਰਨ ਨੂੰ ਮਿਲਣ, ਹੈ ਨਾ। ਮੈਂ ਵਰਸਟਾਈਲ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਵਰਸਟਾਈਲ ਬਣਨਾ ਆ, ਬਟ ਉਹਨੂੰ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਲੋਕ ਮੇਰੇ ਤੋਂ ਇੰਪਰੈਸਡ ਰਹਿਣ, ਉਹ ਮੇਰੇ ਕੰਮ ਨੂੰ ਐਪਰੀਸ਼ੀਏਟ ਕਰਨ, ਅਤੇ ਉਹ ਹਮੇਸ਼ਾ ਇਹ ਚਾਹਣ ਕਿ ਸਾਵਨ ਕੁਛ ਨਵਾਂ ਲੈ ਕੇ ਆਵੇ। ਅਤੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ। ਮਤਲਬ ਤੁਸੀਂ ਕਹਿ ਲਓ ਵੀ ਮੇਰੇ 24 ਘੰਟੇ ਮਾਈਂਡ 'ਚ ਚੱਲਦਾ ਆ ਕਿ ਮੈਂ ਹੁਣ ਨੈਕਸਟ ਪ੍ਰੋਜੈਕਟ ਕੀ ਕਰਨਾ, ਨੈਕਸਟ ਕੀ ਕਰਨਾ। ਜਸਟ ਆਪਣੇ ਲਈ ਨਹੀਂ, ਮਤਲਬ ਜਿਹੜੇ ਮੈਨੂੰ ਚਾਹਣ ਵਾਲੇ ਆ ਉਹਨਾਂ ਲਈ ਵੀ। ਪਰ ਸਾਵਨ, ਮੁਸ਼ਕਿਲ ਨਹੀਂ ਹੋ ਜਾਂਦਾ? ਬਾਲੀਵੁੱਡ ਦੀ ਦੇਖੋ ਹੁਣ ਜਾ ਕੇ ਐਕਟਰਸਿਸ ਨੇ ਆਵਾਜ਼ ਚੱਕਣੀ ਸ਼ੁਰੂ ਕੀਤੀ ਹੈ। ਵਿਦਿਆ ਬਾਲਨ ਵਰਗੀਆਂ ਐਕਟਰਸਿਸ ਹੁਣ ਬੋਲਦੀਆਂ ਨੇ ਕਿ ਇੱਕ ਤਾਂ ਸਾਨੂੰ ਪੇ ਪੈਰਿਟੀ, ਓਨੀ ਸਾਨੂੰ ਪੈਸੇ ਵੀ ਦਿਓ ਅਤੇ ਸਾਨੂੰ ਰੋਲ ਵੀ ਵਧੀਆ ਦਿਓ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇੱਕ ਥੀਏਟਰ ਬੈਕਗਰਾਊਂਡ ਤੋਂ ਆਉਣਾ, ਵਰਸਟੈਲਿਟੀ ਦਿਖਾਉਣਾ, ਹੈ ਨਾ, ਅਤੇ ਬਾਕੀ ਤੁਸੀਂ ਆਪਣਾ ਕੰਪੀਟੀਸ਼ਨ ਆਪਣੇ ਆਪ ਦੇ ਨਾਲ ਹੋਣਾ, ਇਹ ਔਖਾ ਹੋ ਜਾਂਦਾ ਫॉर ਅ ਗਰਲ ਟੂ ਸਰਵਾਈਵ ਇਨ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ। ਭਾਵੇਂ ਉਹ ਗੀਤਾਂ 'ਚ ਕੰਮ ਕਰੇ, ਭਾਵੇਂ ਉਹ ਲੀਡਿੰਗ ਸਿੰਗਰ ਸਤਿੰਦਰ ਸਰਤਾਜ ਦੇ ਗੀਤ 'ਚ ਹੋ ਜਾਂ ਫਿਲਮਾਂ 'ਚ ਹੋਵੇ, ਐਮੀ ਵਿਰਕ ਦੇ ਨਾਲ ਹੋਵੇ। ਬੜਾ ਡਿਫਿਕਲਟ ਹੈ ਫॉर ਐਨ ਐਕਟਰਸ ਟੂ ਮੇਕ ਅ ਸਪੇਸ ਫॉर ਹਰਸੈਲਫ। ਹਾਂ, ਇਹ ਡਿਫਿਕਲਟ ਤਾਂ ਦੇਖੋ ਹੈਗਾ ਆ, ਬਟ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਸਟਰੋਂਗ ਵੀ ਇਹ ਓਨਾ ਹੀ ਕਰਦਾ ਜਦੋਂ ਤੁਸੀਂ ਕੰਪੀਟੀਸ਼ਨ 'ਚ ਵੜ ਜਾਂਦੇ ਹੋ ਨਾ, ਕਿ ਹਾਂ ਮੇਰਾ ਫਲਾਣੇ ਨਾਲ ਕੰਪੀਟੀਸ਼ਨ, ਅੱਛਾ ਮੈਂ ਉਹਨੂੰ ਪਿੱਛੇ ਕਰਨਾ, ਉਹਨੇ ਫਿਰ ਤੁਹਾਡਾ ਗੋਲ ਤੇ ਤੁਹਾਨੂੰ ਮਤਲਬ ਤੁਸੀਂ ਤਾਂ ਆਪਣੇ ਗੋਲ ਤੋਂ ਭਟਕ ਰਹੇ ਹੋ। ਮੇਨ ਗੋਲ ਇਜ਼ ਕਿ ਤੁਸੀਂ ਆਪਣੇ ਕੰਮ ਨੂੰ ਦਿਖਾਉਣਾ, ਤੁਸੀਂ ਖੁਸ਼ ਰਹਿਣਾ ਆ, ਲੋਕੀ ਤੁਹਾਨੂੰ ਐਪਰੀਸ਼ੀਏਟ ਕਰਨ, ਲੋਕੀ ਤੁਹਾਨੂੰ ਪਿਆਰ ਕਰਨ। ਇਸ ਤੋਂ ਉੱਪਰ ਕੋਈ ਚੀਜ਼ ਹੀ ਨਹੀਂ ਹੁੰਦੀ। ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਕਿ ਮਤਲਬ ਕੰਪੀਟੀਸ਼ਨ ਵਰਗੀ ਕੋਈ ਚੀਜ਼ ਹੀ ਨਹੀਂ ਹੈਗੀ। ਖੁਸ਼ ਰਹਿਣਾ ਸੌਖਾ ਹੈ ਇੰਡਸਟਰੀ 'ਚ ਰਹਿ ਕੇ? ਇਟਸ ਡਿਪੈਂਡ ਅਪੋਨ ਯੂ ਕਿ ਤੁਸੀਂ ਮਾੜੇ ਟਾਈਮ 'ਤੇ ਵੀ ਤੁਸੀਂ ਆਪਣੇ ਆਪ ਨੂੰ ਕਿਵੇਂ ਸਟਰੋਂਗ ਰੱਖਦੇ ਹੋ। ਅਤੇ ਤੁਸੀਂ ਕਿਵੇਂ ਰੱਖਦੇ ਹੋ? ਮੈਂ ਨੈਟਫਲਿਕਸ ਦੇਖਦੀ ਹਾਂ, ਮੈਂ ਆਪਣੇ ਆਪ 'ਤੇ ਹੋਰ ਕੰਮ ਕਰਦੀ ਹਾਂ, ਆਪਣੀ ਇੰਟਰਵਿਊਜ਼ ਦੇਖਦੀ ਹਾਂ ਕਿ ਮੈਂ ਇੱਥੇ ਕੀ ਹੋਰ ਇੰਪਰੂਵ ਕਰ ਸਕਦੀ ਸੀ, ਕੀ ਨਹੀਂ ਕਰ ਸਕਦੀ ਸੀ। ਆਪਣੀ ਫਿਲਮਾਂ ਦੇਖਦੀ ਹਾਂ ਜਾਂ ਹੋਰ ਜਿਹੜੀਆਂ ਫਿਲਮਾਂ ਮੈਨੂੰ ਕਰਨੀਆਂ ਅਤੇ ਉਹਦੇ ਨਾਲ ਰਿਲੇਟਿਡ ਕੰਮ ਦੇਖਦੀ ਹਾਂ।
ਸੋ ਮੈਂ ਆਪਣੇ ਆਪ ਤੇ ਕੰਮ ਆਪਣੇ ਕਰਦੀ ਆਪ ਤੇ ਹਾਂ ਸੋ ਆਪਣੇ ਬਾਰੇ ਜੋ ਤੁਹਾਡੇ ਬਾਰੇ ਲਿਖਿਆ ਜਾਂਦਾ ਹੈ ਜਾਂ ਤੁਹਾਡੇ ਬਾਰੇ YouTube ਤੇ ਜਾਂ ਕੋਈ ਵੀ ਇੰਟਰਵਿਊ ਹੁੰਦੀ ਵਾਪਸ ਜਾ ਕੇ ਸਾਰੀਆਂ ਚੀਜ਼ਾਂ ਪੜ੍ਹਦੇ ਹੋ ਤੇ ਦੇਖਦੇ ਹੋ ਜੀ ਬਿਲਕੁਲ ਉਹ ਕਾਤੇ ਮੈਨੂੰ ਵਧੀਆ ਲੱਗਦਾ ਮੈਨੂੰ ਸਿੱਖਣ ਨੂੰ ਮਿਲਦਾ ਹੈ ਕਿ ਐਕਚੁਅਲੀ ਨਾ ਮੇਰਾ ਇੱਕ ਸ਼ੁਰੂ ਤੋਂ ਹੀ ਨੇਚਰ ਆ ਮੈਂ ਮੇਰੇ ਆਲੇ ਦੁਆਲੇ ਮੇਰੇ এনवायरमेंट ਦੇ ਵਿੱਚ ਜਿੰਨੇ ਵੀ ਲੋਕ ਨੇ ਮੈਂ ਹਰ ਇੱਕ ਇਨਸਾਨ ਤੋਂ ਕੁਛ ਨਾ ਕੁਛ ਸਿੱਖਦੀ ਹਾਂ ਕਿ ਅੱਛਾ ਯਾਰ ਆਹ ਚੀਜ਼ ਮੈਨੂੰ ਇਹਨਾਂ ਤੋਂ ਸਿੱਖਣ ਤੋਂ ਮਿਲੀ ਹੈ ਇਹ ਮੈਂ ਜ਼ਰੂਰ ਸਿੱਖਣੀ ਹੈ ਅੱਛਾ ਆਹ ਚੀਜ਼ ਬੁਰੀ ਹੈ ਇਹ ਨਹੀਂ ਮੈਂ ਕਰਨਾ ਸੋ ਮੈਂ ਆਲੇ ਦੁਆਲੇ ਤੋਂ ਹਮੇਸ਼ਾ ਕੁਛ ਨਾ ਕੁਛ ਜਿਹੜਾ ਹੈ ਉਹ ਸਿੱਖਦੀ ਰਹਿੰਦੀ ਹਾਂ ਕਿ ਯੈਸ ਯਾ ਪਤਾ ਨਹੀਂ ਮੈਨੂੰ ਇਹ ਲੱਗਦਾ ਕਿ ਕੋਈ ਇਸ ਚੀਜ਼ ਨੂੰ ਕਿਵੇਂ ਟਰੀਟ ਕਰਦਾ ਹੈ ਕਿ ਮਤਲਬ ਮੀ ਟਾਈਮ ਜਾਂ ਆਪਣੇ ਬਾਰੇ ਸੋਚਣਾ ਮਾੜੀ ਗੱਲ ਨਹੀਂ ਹੁੰਦੀ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਇੰਡਸਟਰੀ 'ਚ ਵਰਕ ਕਰਨਾ ਆ ਤਾਂ ਤੁਹਾਨੂੰ ਆਪਣੇ ਆਪ 'ਤੇ ਕੰਮ ਕਰਨਾ ਬਹੁਤ ਜ਼ਰੂਰੀ ਆ ਮਤਲਬ ਤੁਹਾਨੂੰ ਲੋਕੀ ਜੇ ਐਪਰੀਸ਼ੀਏਟ ਕਰ ਰਹੇ ਆ ਸੋ ਨਵਾਂ ਕੁਛ ਨਾ ਕੁਛ ਨਵਾਂ ਆਪਣੇ ਆਪ 'ਚ ਇੰਪਰੂਵ ਕਰੋ ਜਦੋਂ ਤੁਸੀਂ ਕਹਿੰਦੇ ਹੋ ਮੈਂ ਆਪਣੇ ਆਪ ਤੇ ਕੰਮ ਕਰਦੀ ਇੱਕ ਹੁੰਦਾ ਅੱਜ ਕੱਲ੍ਹ ਆਪਣੇ ਆਪ ਤੇ ਕੰਮ ਕਰਨਾ ਇਨ ਟਰਮਸ ਆਫ ਯੋਰ ਫਿਜ਼ੀਕ ਇਨ ਟਰਮਸ ਆਫ ਯੋਰ ਯੂ نو ਹਾਊ ਯੂ ਲੁਕਿੰਗ ਇਨ ਅ ਵੇ ਤੁਸੀਂ ਫਿਟਨੈਸ ਵੱਲ ਧਿਆਨ ਦੇਣਾ ਹੈ ਨਾ ਕੀ ਖਾਣਾ ਪੀਣਾ ਹੈ ਕਿੱਦਾਂ ਦਾ ਮੇਕਅਪ ਲਾਉਣਾ ਕਿੱਦਾਂ ਦਾ ਤੁਸੀਂ ਤੁਹਾਡਾ ਐਕਸਟੀਰੀਅਰ ਹੋਣਾ ਚਾਹੀਦਾ ਰਾਈਟ ਇੱਕ ਹੁੰਦਾ ਕੰਮ ਕਰਨਾ ਆਪਣੇ ਆਰਟ ਤੇ ਜ਼ਿਆਦਾ ਤੋਂ ਜ਼ਿਆਦਾ ਹੋਰ ਵਰਕਸ਼ਾਪਸ ਕਰਨੀਆਂ ਥੀਏਟਰ ਦੀਆਂ ਰਾਈਟ ਸਟੋਰੀਜ਼ ਪੜ੍ਹਨੀਆਂ ਕਿਤਾਬਾਂ ਪੜ੍ਹਨੀਆਂ ਹੋਰ ਫਿਲਮਾਂ ਦੇਖਣੀਆਂ ਜਿਹੜਾ ਤੁਸੀਂ ਆਪਣੇ ਆਪ ਤੇ ਕੰਮ ਕਰਦੇ ਹੋ ਹਾਂ ਉਹ ਕਿੱਦਾਂ ਦਾ ਕੰਮ ਹੁੰਦਾ ਹੈ ਸੈਕਿੰਡ ਵਾਲਾ ਫਸਟ ਵਾਲਾ ਤੇ ਮੈਂ ਹਲੇ ਕੰਮ ਕਰ ਰਹੀ ਹਾਂ ਗਰੂਮਿੰਗ ਕਿਉਂਕਿ ਮੈਨੂੰ ਇਹ ਲੱਗਦਾ ਕਿ ਚਲੋ ਇੰਡਸਟਰੀ ਦੇ ਵਿੱਚ ਆਉਣਾ ਪਹਿਲਾਂ ਐਕਟ ਹੈ ਨਾ ਵੀ ਉਹ ਚਲੋ ਹੋ ਰਿਹਾ ਠੀਕ ਹੈ ਵਧੀਆ ਹੁਣ ਮੈਨੂੰ ਇਹ ਫੀਲ ਅੱਛਾ ਆਪਣੇ ਆਪ ਤੇ ਗਰੂਮਿੰਗ ਤੇ ਵੀ ਕੰਮ ਕਰਨਾ ਹੈ ਨਾ ਆਪਣੀ ਫਿਟਨੈਸ ਤੇ ਵੀ ਕੰਮ ਕਰਨਾ ਆਪਣੇ ਲੁੱਕਸ ਤੇ ਵੀ ਸੋ ਜਦੋਂ ਤੁਸੀਂ ਮੈਨੂੰ ਪਹਿਲੀ ਜਿਹੜੀ ਗੱਲ ਕਹੀ ਆ ਉਹਦੇ ਤੇ ਮੈਂ ਕੰਮ ਕਰ ਰਹੀ ਹਾਂ ਹਲੇ ਮਤਲਬ ਉਹਦੇ 'ਚ ਮੈਂ ਬਹੁਤ ਕਿਉਂ ਜ਼ਰੂਰੀ ਕਿਉਂ ਹੈ ਇੰਨਾ ਜ਼ਿਆਦਾ ਕਿ ਇੱਕ ਚੰਗੀ ਵਧੀਆ ਥੀਏਟਰ ਬੈਕਗਰਾਊਂਡ ਤੋਂ ਤੁਸੀਂ ਆਉਂਦੇ ਹੋ ਐਂਡ ਯੂ ਕਮ ਫਰਮ ਅ ਫੈਮਿਲੀ ਜਿਹੜੀ ਪੂਰੀ ਦੀ ਪੂਰੀ ਮੈਂ ਇੱਕ ਆਰਟਿਸਟ ਫੈਮਿਲੀ ਹੀ ਕਹਿ ਸਕਦੀ ਹਾਂ ਨਾ ਉਸ ਤਰੀਕੇ ਦੇ ਨਾਲ ਇੱਕ ਥੀਏਟਰ ਤੋਂ ਆ ਕੇ ਆਲਰੇਡੀ ਥੀਏਟਰ ਕੀਤਾ ਹੋਇਆ ਮਤਲਬ ਆਰਟ ਤੁਹਾਨੂੰ ਆਉਂਦਾ ਹੈ ਐਕਟਿੰਗ ਤੁਹਾਨੂੰ ਆਉਂਦੀ ਹੈ ਡਾਇਲੌਗਸ ਬੋਲ ਲੈਂਦੇ ਹੋ ਫਿਲਮਾਂ ਕਰ ਲੈਂਦੇ ਹੋ ਫਿਰ ਇਹ ਗਰੂਮਿੰਗ ਵਾਲਾ ਪਾਰਟ ਇਹ ਇੰਨਾ ਜ਼ਰੂਰੀ ਕਿਉਂ ਹੈ ਕਿਉਂ ਮੈਨੂੰ ਇਹ ਲੱਗਦਾ ਕਿ ਤੁਹਾਡੀ ਓਵਰਆਲ ਪਰਸਨੈਲਿਟੀ ਹੈ ਜਿਹੜੀ ਮੈਨੂੰ ਸਿਰਫ ਇਹ ਨਹੀਂ ਹੁੰਦਾ ਕਿ ਇਹ ਪਹਿਲਾਂ ਮੈਂ ਇਸ ਚੀਜ਼ ਤੇ ਐਕਸਪੀਰੀਅੰਸ ਵੀ ਨਹੀਂ ਹੁੰਦਾ ਤੁਹਾਨੂੰ ਕਿਤੇ ਨਾ ਕਿਤੇ ਹੁਣ ਹੌਲੀ ਹੌਲੀ ਐਕਸਪੀਰੀਅੰਸ ਹੁੰਦਾ ਤੁਸੀਂ ਅਬਜ਼ਰਵ ਕਰਦੇ ਹੋ ਤੁਸੀਂ ਥੀਏਟਰ ਬੈਕਗਰਾਊਂਡ ਤੋਂ ਹੋ ਚਾਹੇ ਤੁਹਾਨੂੰ ਉੱਥੇ ਇੰਨਾ ਮੈਟਰ ਨਹੀਂ ਕਰਦਾ ਕਿ ਤੁਸੀਂ ਕਿਵੇਂ ਦੇ ਲੱਗ ਰਹੇ ਹੋ ਲੋਕੀ ਤੁਹਾਨੂੰ ਜੱਜ ਕਰ ਰਹੇ ਆ ਹੈਡ ਟੂ ਟੋ ਹੈ ਨਾ ਬਟ ਇਨ ਫੀਲਡ ਜਦੋਂ ਤੁਸੀਂ ਇੱਕ ਐਕਟਰੈਸ ਹੋ ਤੁਹਾਨੂੰ ਓਵਰਆਲ ਦੇਖਿਆ ਜਾਂਦਾ ਤੁਹਾਨੂੰ ਲੋਕ ਪਸੰਦ ਕਰਦੇ ਕਈ ਤੁਹਾਡੇ ਤੋਂ ਇੰਸਪਾਇਰਡ ਵੀ ਹੁੰਦੇ ਆ ਸੋ ਖੂਬਸੂਰਤ ਲੱਗਣਾ ਆਪਣੇ ਆਪ ਨੂੰ ਗਰੂਮਿੰਗ ਕਰਨਾ ਉਹ ਮਾੜੀ ਗੱਲ ਨਹੀਂ ਹੈ ਸੋ ਮੈਂ ਐਗਰੀ ਕਰਦੀ ਹਾਂ ਐਂਡ ਮੈਂ ਉਸ ਚੀਜ਼ ਤੇ ਕੰਮ ਕਰ ਰਹੀ ਹਾਂ ਸੋ ਹੁਣ ਪਤਾ ਲੱਗ ਜਾਂਦਾ ਹੈ ਕਿ ਪ੍ਰੋਫਾਈਲ ਕਿਹੜਾ ਦੇਣਾ ਹੈ ਰਾਈਟ ਫਰੰਟ ਪ੍ਰੋਫਾਈਲ ਲੈਫਟ ਪ੍ਰੋਫਾਈਲ ਇਜ਼ ਬੈਟਰ ਇਹ ਸਾਰਾ ਕੁਝ ਹੁਣ ਹੋ ਰਿਹਾ ਹੈ ਹਾਂ ਹੋ ਰਿਹਾ ਹੈ ਮਤਲਬ ਮੈਨੂੰ ਇਹ ਲੱਗ ਰਿਹਾ ਕਿ ਟਾਈਮ ਦੇ ਨਾਲ ਮੈਨੂੰ ਮੇਰਾ ਟਾਈਮ ਦੇ ਨਾਲ ਮੇਰੀਆਂ ਚੀਜ਼ਾਂ ਮੇਰੇ ਆਪਣੇ ਆਪ ਅੰਦਰ ਆ ਰਹੀਆਂ ਨੇ ਔਰ ਮੈਨੂੰ ਸਿਖਾ ਰਹੀਆਂ ਨੇ ਔਰ ਮੈਂ ਮਤਲਬ ਟਾਈਮ ਟੂ ਟਾਈਮ ਸਿੱਖ ਰਹੀ ਹਾਂ ਸਭ ਕੁਝ ਸਵਨ ਮੈਂ ਜਿੰਨਾ ਕਿ ਇੰਡਸਟਰੀ ਨੂੰ ਜਾਣਿਆ ਜਿੰਨੇ ਕੁ ਟਾਈਮ ਤੋਂ ਜਾਣਿਆ ਜਿੰਨੇ ਇੱਕ ਦੋਸਤ ਮਿੱਤਰ ਹੈਗੇ ਆ ਇੰਡਸਟਰੀ ਦੇ ਅੰਦਰ ਇੱਕ ਚੀਜ਼ ਇਹ ਆ ਵੀ ਫॉर ਇੱਕ ਔਰਤ ਲਈ ਇੱਕ ਲੇਡੀ ਲਈ ਇੱਕ ਕੁੜੀ ਲਈ ਨਾ ਕਹਿਣਾ ਟੂ ਅ ਰੋਲ ਐਂਡ ਹਾਂ ਕਹਿਣਾ ਟੂ ਅ ਰੋਲ ਦੋਨੋਂ ਹੀ ਬਹੁਤ ਔਖੇ ਨੇ ਕਿਉਂਕਿ ਕਈ ਵਾਰ ਤੁਹਾਡਾ ਜੀ ਕਰਦਾ ਕਿ ਚਲੋ ਕਰ ਲੈਂਦੇ ਆ ਅੱਛਾ ਐਕਟਰ ਹੈ ਇਹ ਲਿਸਟਰ ਦੇ ਨਾਲ ਕੰਮ ਕਰਨ ਨੂੰ ਮੌਕਾ ਮਿਲ ਰਿਹਾ ਪਰ ਸੀਨ ਸਿਰਫ ਰੋਣ ਵਾਲਾ ਤੇ ਇੱਕ ਰੋਮਾਂਟਿਕ ਗਾਣਾ ਹੈ ਨਾ ਪਰ ਐਜ਼ ਅ ਥੀਏਟਰ ਪਰਸਨ ਕੀ ਤੁਹਾਡੀ ਇਹ ਸਟਰਗਲ ਰਹਿੰਦੀ ਹੈ ਕਿ ਇਹ ਮੈਨੂੰ ਰੋਲ ਤਾਂ ਵਧੀਆ ਦਿਓ ਮੇਰਾ ਕੁਛ ਤਾਂ ਹੋਵੇ ਕੰਮ ਕਰਨ ਵਾਲਾ ਕਿਉਂਕਿ ਥੀਏਟਰ ਜਿੰਨੇ ਆਏ ਨੇ ਪੰਜਾਬੀ 'ਚ ਭਾਵੇਂ ਉਹ ਹਰੀਸ਼ ਵਰਮਾ ਤੋਂ ਲੈ ਲਈਏ ਭਾਵੇਂ ਉਹ ਜਗਜੀਤ ਸੰਧੂ ਹੈ ਹੁਣ ਉਹ ਦੁਖੀ ਹੋ ਕੇ ਹਤਾਸ਼ ਹੋ ਕੇ OTT ਵੱਲ ਬਾਲੀਵੁੱਡ ਵੱਲ ਜਾ ਰਹੇ ਨੇ ਰਾਈਟ ਸੋ ਐਜ਼ ਅ ਵੂਮਨ ਓਨਲੀ ਆਈ ਐਮ ਆਸਕਿੰਗ ਕਿਉਂਕਿ ਬੰਦਾ ਹੋਏ ਤਾਂ ਬੰਦਾ ਕਹਿ ਦਿੰਦਾ ਮੈਂ ਨਹੀਂ ਕਰਨਾ ਮੈਂ ਫਲਾਣੀ ਕੁੜੀ ਨਾਲ ਕਰਨਾ ਤੁਹਾਡੇ ਲਈ ਕਿੰਨੀ ਕੁ ਚੈਲੰਜਿੰਗ ਹੈ when you come from a theatre background ਐਕਚੁਅਲੀ ਮੈਂ ਲਾਸਟ ਹੀ ਤੁਹਾਨੂੰ ਮੈਂ ਦੱਸਦੀ ਹਾਂ ਮੈਂ ਲਾਸਟ ਸ਼ਾਹੀ ਮਾਜਰਾ ਵੈਬ ਸੀਰੀਜ਼ ਕੀਤੀ ਹੈ ਤੇ ਉਹਨੂੰ ਇੰਨੀ ਕੁ ਜ਼ਿਆਦਾ ਐਪਰੀਸੀਏਸ਼ਨ ਮਿਲੀ ਮੈਂ ਸੋਚਿਆ ਵੀ ਨਹੀਂ ਸੀਗਾ ਸੋ ਉਹਦੇ 'ਚ ਇੱਦਾਂ ਸੀਗਾ ਕਿ ਮੈਨੂੰ ਉਹ ਆਫਰ ਹੋਈ ਸੀਗੀ ਬਟ ਕਰੈਕਟਰ ਬਹੁਤ ਜ਼ਿਆਦਾ ਉਸ ਟਾਈਮ ਮਤਲਬ ਉਹ ਥੋੜਾ ਘੱਟ ਸੀ ਕਰੈਕਟਰ ਮਤਲਬ ਉਹਨਾਂ ਨਹੀਂ ਸੀਗਾ ਜਿੰਨਾ ਮਤਲਬ ਮੈਂ ਡਿਜ਼ਰਵ ਕਰਦੀ ਸੀ ਜਾਂ ਇੱਕ ਐਕਟਰੈਸ ਡਿਜ਼ਰਵ ਕਰਦੀ ਆ ਸੋ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਖੁੱਲ੍ਹ ਕੇ ਕਨਵਰਸੇਸ਼ਨ ਕਰ ਲੈਣੀ ਚਾਹੀਦੀ ਆ ਆਪਣੇ ਰਾਈਟਰਸ ਡਾਇਰੈਕਟਰ ਨਾਲ ਕਈ ਵਾਰੀ ਅਸੀਂ ਝਿਜਕ ਕੇ ਹੀ ਨਹੀਂ ਬੋਲਦੇ ਕਿ ਜਾਂ ਸਾਹਮਣੇ ਵਾਲੇ ਨੂੰ ਨਹੀਂ ਪਤਾ ਹੁੰਦਾ ਕਿ ਇਹ ਬੰਦਾ ਕਿਵੇਂ ਸੋਚ ਰਿਹਾ ਹੈ ਇਹ ਐਕਟਰੈਸ ਕਿਵੇਂ ਸੋਚਦੀ ਹੈ ਸੋ ਮੈਂ ਉਹਨਾਂ ਨਾਲ ਬੜੀ ਫਰੀਲੀ ਮੈਂ ਗੱਲ ਕੀਤੀ ਮੈਂ ਉਹਨਾਂ ਨਾਲ ਕਿ ਦੇਖੋ ਵੀ ਦਿਸ ਇਜ਼ ਨਾਈਸ ਮਤਲਬ ਮੇਰਾ ਗੁੱਡ ਕਰੈਕਟਰ ਬਟ ਆਈ ਵਾਂਟ ਕਿ ਮੈਨੂੰ ਥੋੜਾ ਸਪੇਸ ਹੋਰ ਮਿਲੇ ਮੈਂ ਆਪਣਾ ਉਹਦੇ 'ਚ ਵੀ ਬੈਸਟ ਕਰੂੰਗੀ ਬਟ ਆਈ ਵਾਂਟ ਕਿ ਮੈਨੂੰ ਮਤਲਬ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਆਪਾਂ ਡਿਸਾਈਡ ਕੀਤਾ ਫਿਰ ਮਤਲਬ ਲਾਈਕ ਉਹ ਕਰੈਕਟਰ ਉਹਨਾਂ ਨੂੰ ਵਧੀਆ ਲੱਗਣ ਲੱਗ ਗਿਆ ਜਾਂ ਮੈਂ ਮਤਲਬ ਮੈਂ ਪਰਫੋਰਮ ਵਧੀਆ ਕੀਤਾ ਸੋ ਫਿਰ ਉਹਨਾਂ ਨੇ ਆਟੋਮੈਟਿਕ ਹੀ ਮੇਰੇ ਕਰੈਕਟਰ ਨੂੰ ਹੋਰ ਇੰਪਰੂਵ ਮਤਲਬ ਚੱਲਦੀ ਸੀਰੀਜ਼ ਦੇ ਦੌਰਾਨ ਉਹ ਕਰੈਕਟਰ ਹੋਰ ਇੰਪਰੂਵ ਹੁੰਦਾ ਗਿਆ ਸੋ ਉਹ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਹੁਣ ਉਹਦਾ ਸੈਕਿੰਡ ਪਾਰਟ ਸੈਕਿੰਡ ਸਕੈਜੂਲ ਉਹਦਾ ਬਣ ਰਿਹਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਤੁਸੀਂ
ਇੰਨੇ ਕੁ ਉਸ ਸੀਰੀਜ਼ ਨੇ ਜਾਂ ਉਸ ਦੌਰਾਨ ਮੈਨੂੰ ਇੰਨਾ ਕੌਨਫੀਡੈਂਸ ਆਇਆ ਕਿ ਤੁਸੀਂ ਆਪਣੀ ਗੱਲ ਖੁਦ ਕਹਿ ਸਕਦੇ ਹੋ। ਸੋ ਇਸ ਲਈ ਹੁਣ ਉਸ ਤੋਂ ਬਾਅਦ ਮੈਨੂੰ ਇੰਨੀਆਂ ਵਿਮਨ ਸੈਂਟਰਿਕ ਫਿਲਮਾਂ ਦਾ ਆਫਰ ਆਇਆ, ਮਤਲਬ ਆਈ ਐਮ ਬਲੈਸਡ ਐਂਡ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਮੇਰੇ ਅੰਦਰ ਹੋਰ ਕੌਨਫੀਡੈਂਸ ਆ ਗਿਆ ਕਿ ਯੈਸ ਮੈਂ ਇਸ ਚੀਜ਼ ਨੂੰ ਕਹਿ ਸਕਦੀ ਹਾਂ ਕਿ ਇਹ ਮੇਰੇ ਲਈ ਗੁੱਡ ਨਹੀਂ ਹੈ, ਸੋ ਇਹ ਮੈਂ ਸੌਰੀ ਨਹੀਂ ਕਰ ਸਕਦੀ, ਯੈਸ ਇਹ ਮੇਰੇ ਲਈ ਗੁੱਡ ਆ ਤੇ ਇਹ ਮੈਂ ਕਰ ਸਕਦੀ ਹਾਂ। ਸੋ ਲਾਸਟ ਹੀ ਮੈਂ ਇੱਕ ਰਾਈਟਰ ਨੇ ਫੀਮੇਲ ਸੀਗੇ ਜੀ, ਉਹਨਾਂ ਨੇ ਮੈਨੂੰ ਸਟੋਰੀ ਸੁਣਾਈ ਤੇ ਮੈਂ ਉੱਥੇ ਥੋੜ੍ਹਾ ਜਿਹਾ ਉਹਨਾਂ ਨਾਲ ਡਿਬੇਟ ਕੀਤਾ ਕਿ ਮੈਮ ਮੈਨੂੰ ਇਹ ਲੱਗਦਾ ਕਿ ਇਹ ਚੀਜ਼ ਇੱਦਾਂ ਨਹੀਂ ਹੋਣੀ ਚਾਹੀਦੀ ਸੀ, ਇੱਦਾਂ ਹੋਣੀ ਚਾਹੀਦੀ ਸੀ। ਐਂਡ ਉਹਨਾਂ ਨੂੰ ਖੁਸ਼ੀ ਹੋਈ ਕਿ ਵੀ ਮਤਲਬ ਮੈਂ ਲਾਸਟ ਵੀ ਇੱਕ ਐਕਟਰੈਸ ਨੂੰ ਸੁਣਾਇਆ, ਉਹਨਾਂ ਨੇ ਕੁਛ ਨਹੀਂ ਕਿਹਾ ਬਟ ਤੁਸੀਂ ਇਸ ਚੀਜ਼ ਨੂੰ ਇੰਨਾ ਮਤਲਬ ਸੋਚ ਕੇ ਬੋਲੇ ਹੋ, ਸੋ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ। ਸੋ ਮੈਨੂੰ ਇਹ ਲੱਗਦਾ ਕਿ ਜੋ ਤੁਹਾਡੇ ਦਿਲ 'ਚ ਹੁੰਦਾ ਹੈ ਤੁਸੀਂ ਯੈਸ ਔਰ ਨੋ ਕਹਿ ਦੇਣਾ ਚਾਹੀਦਾ। ਸੋ ਐਕਟਰੈਸ ਨੂੰ ਸਿਰਫ ਐਜ਼ ਅ ਡਮੀ ਨਹੀਂ ਰਹਿਣਾ ਚਾਹੀਦਾ, ਫੀਮੇਲ ਆਰਟਿਸਟ ਨੂੰ ਬੇਬਾਕੀ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਆਫ ਕੋਰਸ ਇਫ ਯੂ ਹੈਵ ਦ ਟੈਲੈਂਟ ਹੈ ਨਾ, ਜੇ ਤੁਹਾਨੂੰ ਪਤਾ ਤੁਹਾਨੂੰ ਐਕਟਿੰਗ ਆਉਂਦੀ ਹੈ, ਤੁਹਾਡੇ 'ਚ ਟੈਲੈਂਟ ਆ, ਯੈਸ ਤੁਹਾਡੇ 'ਚ ਕੌਨਫੀਡੈਂਸ ਆ ਕਿ ਤੁਸੀਂ ਜੇ ਮਤਲਬ ਵਿਮਨ ਸੈਂਟਰਿਕ ਤਾਂ ਅਲੱਗ ਗੱਲ ਆ, ਵੀ ਵੈਸੇ ਵੀ ਐਜ਼ ਐਨ ਐਕਟਰੈਸ ਤੁਹਾਡਾ ਇਹ ਰਾਈਟ ਆ ਕਿ ਤੁਸੀਂ ਕਹਿ ਸਕੋ ਕਿ ਯੈਸ ਮੇਰੇ ਲਈ ਇਹ ਪ੍ਰੋਜੈਕਟ ਗੁੱਡ ਆ ਔਰ ਮੇਰੇ ਲਈ ਇਹ ਪ੍ਰੋਜੈਕਟ ਨਹੀਂ ਗੁੱਡ। ਬਿਲਕੁਲ। ਥੀਏਟਰ ਤੇ ਸਾਵਨ ਤੇ ਫਿਲਮਾਂ ਜੀ, ਇਸ ਤੋਂ ਇਲਾਵਾ ਕੀ ਹੈ? ਇਸ ਤੋਂ ਇਲਾਵਾ ਸਾਵਨ ਕੀ ਹੈ? ਇਸ ਤੋਂ ਇਲਾਵਾ ਸਾਵਨ ਕੀ, ਪਰ ਇਟਸ ਅ ਬਿਊਟੀਫੁਲ ਨੇਮ ਹੈ ਨਾ, ਯਾਰ ਕਰਦਿਆਂ ਨੇ ਜੀ ਮੰਮਾ ਨੇ ਰੱਖਿਆ ਸੀ ਮੇਰਾ ਨਾਮ। ਹਾਂ, ਹੁਣ ਨਾਮ ਤੇ ਮੈਂ ਆਨਸਰ ਦਵਾਂਗੀ, ਇਸ ਤੋਂ ਇਲਾਵਾ ਨਾਮ ਤੇ ਦੇ ਦਿਓ ਫਿਰ ਮੈਂ ਅੱਗੇ ਚੱਲਦੀ ਹਾਂ। ਠੀਕ ਹੈ, ਨਾਮ ਤੇ ਲਾਈਕ ਮੇਰਾ 7 ਅਗਸਤ ਨੂੰ ਬਰਥਡੇ ਆ, ਹੁਣੇ ਆ ਰਿਹਾ। ਸੋ ਮੈਂ ਸਾਉਣ ਦੇ ਮਹੀਨੇ 'ਚ ਹੋਈ ਸੀਗੀ, ਘਰ ਹੋਈ ਹਾਂ, ਪਿੰਡ ਹੋਈ ਹਾਂ। ਅੱਛਾ। ਕਿਉਂਕਿ ਮੀਂਹ ਇੰਨਾ ਜ਼ਿਆਦਾ ਪਿਆ ਸੀਗਾ ਕਿ ਮੇਰੀ ਮੌਮ ਨੂੰ ਮਤਲਬ ਹੌਸਪੀਟਲ ਨਹੀਂ ਲੈ ਕੇ ਜਾਇਆ ਗਿਆ। ਹਾਂ। ਸੋ ਇੰਨਾ ਮੀਂਹ ਸੀਗਾ, ਗੋਡਿਆਂ ਤੱਕ ਮੀਂਹ ਸੀਗਾ, ਮਤਲਬ ਪਾਣੀ ਸੀਗਾ। ਸੋ ਇਸ ਲਈ ਮੈਂ ਘਰੇ ਹੀ ਹੋਈ ਹਾਂ ਤੇ ਫਿਰ ਮਤਲਬ ਘਰਦਿਆਂ ਨੇ ਮਤਲਬ ਮੰਮਾ ਸ਼ੀ ਵਾਜ਼ ਲਾਈਕ ਕਿ ਇੰਨਾ ਮੀਂਹ ਲੈ ਕੇ ਆਈ ਹੈ, ਇਹਦਾ ਨਾਮ ਤਾਂ ਮੈਂ ਸਾਵਨ ਹੀ ਰੱਖਣਾ। ਸੋ ਇਸ ਲਈ ਮੇਰਾ ਨਾਮ ਸਾਵਨ ਹੈ। ਬਹੁਤ ਪਿਆਰਾ, ਬਹੁਤ ਖੂਬਸੂਰਤ। ਅੱਛਾ, ਕਿਉਂਕਿ ਤੁਸੀਂ ਜ਼ਿਕਰ ਕੀਤਾ ਤੁਸੀਂ ਘਰੇ ਹੀ ਹੋਏ ਹੋ ਜੀ, ਆਈ ਐਮ ਜਸਟ ਟਾਕਿੰਗ ਅਬਾਊਟ ਵੂਮਨ ਇਨ ਜਨਰਲ। ਆਪਾਂ ਦੇਖੀਏ ਇੱਕ ਇਹ ਵੀ ਹੈ ਨਾ ਅੱਜ ਕੱਲ੍ਹ ਔਰਤ ਮਨੀਪੁਰ 'ਚ ਜੋ ਹੋਇਆ ਹੈ ਨਾ, ਸਾਨੂੰ ਸਾਰਿਆਂ ਨੂੰ ਪਤਾ, ਬਹੁਤ ਹੀ ਸ਼ਰਮਸਾਰ ਕਰਨ ਦੇਣ ਵਾਲੀ ਇੱਕ ਚੀਜ਼ ਆ। ਔਰਤਾਂ ਅੱਜ ਕੱਲ੍ਹ ਪ੍ਰੈਗਨੈਂਸੀ ਜਾਂ ਅੱਜ ਕੱਲ੍ਹ ਅਬੋਰਸ਼ਨ ਦੇ ਆਪਣੇ ਰੂਲਸ ਵੀ ਚੱਲ ਰਹੇ ਨੇ, ਹੈ ਨਾ, ਕਿ ਉੱਥੇ ਵੀ ਡਿਬੇਟ ਚੱਲ ਰਿਹਾ ਕਿੱਦਾਂ ਹੋਣਾ ਚਾਹੀਦਾ। ਇਨ ਟਰਮਸ ਆਫ ਅ ਵੂਮਨ ਤੁਹਾਨੂੰ ਕੀ ਲੱਗਦਾ ਹੈ ਔਰਤ ਦੇ ਆਪਣੇ ਇੱਕ ਹੱਕ, ਆਪਣੇ ਰੂਲਸ ਐਂਡ ਰਾਈਟਸ ਹੁੰਦੇ ਨੇ? ਮਤਲਬ ਉਹ ਐਕਸਰਸਾਈਜ਼ ਕਰਨਾ ਚਾਹੇ ਆਪਣੇ ਉੱਤੇ ਕੋਈ ਵੀ ਰਾਈਟ, ਭਾਵੇਂ ਉਹ ਹੋਵੇ ਅਬੋਰਸ਼ਨ ਦਾ, ਭਾਵੇਂ ਉਹ ਹੋਵੇ ਵੈਨ ਟੂ ਗੈਟ ਮੈਰਿਡ, ਹਾਊ ਟੂ ਗੈਟ ਮੈਰਿਡ, ਕਿਹੜੀ ਏਜ 'ਚ ਵਿਆਹ ਕਰਾਉਣਾ, ਨਹੀਂ ਕਰਾਉਣਾ, ਛੱਡਣਾ ਆ, ਇਹ ਸਾਰੀਆਂ ਚੀਜ਼ਾਂ ਕੀ ਸਿਰਫ ਸੁਸਾਇਟੀ ਦੇ ਆਧਾਰ 'ਤੇ ਇੱਕ ਔਰਤ ਡਿਸਾਈਡ ਕਰੇ ਜਾਂ ਔਰਤ ਐਜ਼ ਐਨ ਇੰਡੀਵਿਜੂਅਲ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਡਿਸਾਈਡ ਕਰ ਸਕਦੀ ਹੈ ਅਤੇ ਕਰਨੀ ਚਾਹੀਦੀਆਂ ਨੇ? ਮੈਂ ਅਗਰ ਇੱਕ ਔਰਤ ਹੋਣ ਦੇ ਨਾਤੇ, ਇੱਕ ਵਿਮਨ ਹੋਣ ਦੇ ਨਾਤੇ, ਜੇ ਮੈਂ ਆਪਣੀ ਗੱਲ ਕਰਾਂ ਪਰਸਨਲੀ, ਕਿਉਂਕਿ ਮੈਨੂੰ ਇਹ ਲੱਗਦਾ ਕਿ ਹਰ ਸੁਸਾਇਟੀ ਦੇ ਵਿੱਚ ਹਰ ਔਰਤ ਦੀ ਆਪਣੀ ਇੱਕ ਮਜਬੂਰੀ ਹੁੰਦੀ ਵੀ ਆ ਔਰ ਉਹ ਆਪਣੇ ਆਪ ਉਸ ਮਜਬੂਰੀ ਨੂੰ ਬਣਾ ਵੀ ਲੈਂਦੀ ਹੈ ਕਿ ਯੈਸ ਕਿ ਹਾਂ ਇਹ ਮੇਰੇ ਮਤਲਬ ਉਹਦਾ ਕੋਈ ਇੱਦਾਂ ਮਨ ਨਹੀਂ ਹੁੰਦਾ ਕਿ ਮੈਂ ਇਹ ਚੀਜ਼ ਕਰਨੀ ਆ ਅਤੇ ਮੈਨੂੰ ਮੈਂ ਕਰ ਸਕਦੀ। ਉਹਨੂੰ ਇਹ ਹੁੰਦਾ ਕਿ ਅੱਛਾ ਮੇਰੀ ਫੈਮਿਲੀ ਕੀ ਸੋਚੂਗੀ, ਮੇਰੀ ਫੈਮਿਲੀ ਕੀ ਹਮੇਸ਼ਾ ਹਰ ਔਰਤ ਦੇ ਦਿਮਾਗ 'ਚ ਪਹਿਲਾਂ ਇਹ ਆ ਜਾਂਦਾ, ਮਤਲਬ ਫੈਮਿਲੀ ਨੂੰ ਇੰਨੀ ਕੁ ਸਮਰਪਿਤ ਹੋ ਜਾਂਦੀ ਹੈ ਆਪਣੀ ਫੈਮਿਲੀ ਨੂੰ ਲੈ ਕੇ ਕਿ ਉਹਨੂੰ ਇਹ ਹੁੰਦਾ ਕਿ ਮੇਰੀ ਫੈਮਿਲੀ ਸਭ ਕੁਛ ਆ, ਇਹ ਜਿਵੇਂ ਕਹੂਗੀ ਮੈਂ ਉਵੇਂ ਕਰੂੰਗੀ। ਸੋ ਇਨ ਮਾਈ ਕੇਸ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਆ। ਮੈਂ ਉਹਨਾਂ ਤੋਂ ਮਤਲਬ ਚਾਹੇ ਕਦੇ ਮੈਂ ਮੋਮ ਡੈਡ ਨਾਲ, ਆਪਣੀ ਫੈਮਿਲੀ ਨਾਲ, ਚਾਹੇ ਉਸ ਗੱਲ ਕਿਸੇ ਵੀ ਗੱਲ ਬਾਰੇ ਡਿਸਕਸ਼ਨ ਵੀ ਨਾ ਕਰਾਂ, ਪਰ ਮੈਂ ਉਹਨਾਂ ਤੋਂ ਬਹੁਤ ਚੀਜ਼ਾਂ ਸਿੱਖਦੀ ਹਾਂ। ਸੋ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਮਤਲਬ ਮੇਰੇ ਡਿਸੀਜ਼ਨਸ ਖੁਦ ਦੇ ਹੁੰਦੇ ਆ ਐਂਡ ਦੇ ਫੀਲ ਪ੍ਰਾਊਡ ਕਿ ਵਾਓ ਮਤਲਬ ਸਾਡੇ ਬੱਚੇ ਨੇ ਬਹੁਤ ਵਧੀਆ ਡਿਸੀਜ਼ਨ ਲਿਆ। ਸੋ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਪੇਰੈਂਟਸ ਨੂੰ, ਫੈਮਿਲੀ ਨੂੰ ਵੀ, ਔਰਤਾਂ ਨੂੰ, ਵਿਮਨਸ ਨੂੰ ਇਹ ਇੱਕ ਸਪੇਸ ਦੇਣੀ ਚਾਹੀਦੀ ਹੈ ਤਾਂ ਕਿ ਉਹ ਖੁਦ ਦੇ ਡਿਸੀਜ਼ਨ ਖੁਦ ਲੈ ਸਕੇ, ਕਿਉਂਕਿ ਵਿਮਨ ਬਹੁਤ ਹੀ ਸਟਰੋਂਗ ਆ। ਮੈਂ ਇੱਕ ਵਿਮਨ ਹੋ ਕੇ ਮੈਂ ਵਿਮਨ ਦੀ ਸਾਈਡ ਲੈ ਕੇ ਨਹੀਂ ਇਹ ਗੱਲ ਕਹਿ ਰਹੀ ਕਿ ਫਿਜ਼ੀਕਲੀ ਵੀ ਮੈਨੂੰ ਇਹ ਲੱਗਦਾ ਆ ਕਿ ਵਿਮਨ ਜਿੰਨਾ ਸਹਿ ਸਕਦੀ ਆ ਜਾਂ ਕਰ ਸਕਦੀ ਆ, ਜਿੰਨੀ ਸਟਰੋਂਗ ਕੁਦਰਤ ਨੇ ਵਿਮਨ ਨੂੰ ਬਣਾਇਆ, ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਉੱਪਰ ਕੋਈ ਚੀਜ਼ ਹੈਗੀ ਹੈ। ਸੋ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਔਰਤਾਂ ਨੂੰ ਇਹ ਹੱਕ ਇੱਕ ਫੈਮਿਲੀ ਵੱਲੋਂ ਮਿਲਣੇ ਚਾਹੀਦੇ ਆ ਕਿ ਉਹ ਆਪਣੇ ਡਿਸੀਜ਼ਨਸ ਵੀ ਖੁਦ ਲੈ, ਕਿਉਂਕਿ ਹਰ ਬੰਦਾ ਚਾਹੇ ਉਹ ਵਿਮਨ ਆ, ਚਾਹੇ ਉਹ ਮੇਲ ਆ, ਫੀਮੇਲ ਆ, ਹਰ ਬੰਦਾ ਗਲਤੀਆਂ ਕਰਕੇ ਸਿੱਖਦਾ ਹੈ। ਮਤਲਬ ਮੇਲ ਵੀ ਤਾਂ ਗਲਤੀਆਂ ਕਰਦੇ ਨੇ ਆਫ ਕੋਰਸ, ਤੇ ਉਹ ਵੀ ਉਹਨਾਂ ਤੋਂ ਸਿੱਖ ਕੇ ਫਿਰ ਅੱਗੇ ਵੱਧਦੇ ਨੇ। ਸੋ ਮੈਨੂੰ ਇਹ ਲੱਗਦਾ ਕਿ ਇਨਸਾਨੀਅਤ ਦੇ ਨਾਤੇ ਹਰ ਬੰਦੇ ਨੂੰ ਅਗਰ ਉਹ ਗਲਤੀ ਕਰਦਾ ਹੈ ਤਾਂ ਉਹਦੇ ਤੋਂ ਹੀ ਸਿੱਖਦਾ ਹੈ ਤੇ ਉਹਦੇ ਤੋਂ ਹੀ ਅੱਗੇ ਵੱਧਦਾ ਹੈ। ਸੋ ਸੈਲਫ ਡਿਸੀਜ਼ਨ
ਲੈਣਾ ਚਾਹੀਦਾ ਹੈ। ਹਾਂਜੀ ਸਾਵਨ, ਤੁਸੀਂ ਗਲਤੀਆਂ ਕੀਤੀਆਂ ਫਿਲਮਾਂ ਦੇ ਆਪਾਂ ਆਧਾਰ ਤੇ ਦੇਖੀਏ ਤੇ ਪਰਸਨਲ ਲਾਈਫ 'ਚ ਵੀ, ਜ਼ਿੰਦਗੀ 'ਚ ਇਹੋ ਜਿਹੀਆਂ ਗਲਤੀਆਂ ਜਿਹੜੀਆਂ ਫਿਲਮਾਂ 'ਚ ਤੁਸੀਂ ਅੱਜ ਸੋਚਦੇ ਹੋ ਕਿ ਨਹੀਂ ਆਈ ਸ਼ੁਡਨਟ ਹੈਵ ਡਨ ਦਿਸ? ਮੈਂ ਤੁਹਾਨੂੰ ਇਹ ਕਹਿ ਰਹੀ ਨਾ, ਹਰ ਬੰਦੇ ਦੀ ਲਾਈਫ ਦੇ ਵਿੱਚ ਕੋਈ ਵੀ ਪਰਫੈਕਟ ਨਹੀਂ ਹੁੰਦਾ ਤੇ ਮੈਨੂੰ ਇਹ ਲੱਗਦਾ ਕਿ ਇਹ ਚੀਜ਼ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਿ ਯੈਸ, ਕਿ ਮੈਂ ਪਰਫੈਕਟ ਨਹੀਂ ਹਾਂ ਔਰ ਮੈਂ ਪਰਫੈਕਟ ਬਣਨਾ ਔਰ ਮੈਂ ਸਿੱਖਦੇ ਰਹਿਣਾ। ਸੋ ਮੈਂ ਬਹੁਤ ਗਲਤੀਆਂ ਕਰਦੀ ਹਾਂ, ਮੈਂ ਸਿੱਖਦੀ ਵੀ ਹਾਂ। ਮਤਲਬ ਜੇ ਮੈਨੂੰ ਇਹ ਲੱਗਦਾ ਕਿ ਹਾਂ ਕਿ ਇਹ ਮੈਂ ਗਲਤ ਕੀਤਾ ਬਟ ਮੈਂ ਉਹਨੂੰ ਇੰਪਰੂਵ ਕਰਨ ਦੀ ਵੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਵੱਧ ਤੋਂ ਵੱਧ ਇਸ ਚੀਜ਼ ਨੂੰ ਕਿਵੇਂ ਇੰਪਰੂਵ ਕਰਾਂ, ਵੀ ਨਹੀਂ ਇਹ ਚੀਜ਼ ਗਲਤ ਹੋਈ ਹੈ ਮੇਰੇ ਤੋਂ, ਇਹਨੂੰ ਮੈਂ ਠੀਕ ਕਰਨਾ। ਸੋ ਉਹਨੂੰ ਸੈਲਫ ਐਨਾਲਿਸਿਸ ਕਰ ਲੈਂਦੇ ਹੋ ਉਸ ਚੀਜ਼ ਦਾ? ਕੋਸ਼ਿਸ਼ ਇਹ ਤਾਂ ਮੇਰੇ ਆਲੇ ਦੁਆਲੇ ਆਈ ਐਮ ਬਲੈਸਡ ਕਿ ਬਹੁਤ ਲੋਕ ਇੱਦਾਂ ਦੇ ਨੇ ਜੋ ਮੈਨੂੰ ਬਹੁਤ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਇਹ ਇੱਥੇ ਗਲਤ ਹੈ ਤੇ ਇੱਥੇ ਇਹ ਸਹੀ ਆ। ਸੋ ਮੈਨੂੰ ਐਪਰੀਸ਼ੀਏਸ਼ਨ ਵੀ ਮਿਲਦੀ ਹੈ, ਬਟ ਮੈਂ ਜਿੱਥੇ ਗਲਤ ਹਾਂ ਮੈਨੂੰ ਕਿਹਾ ਵੀ ਜਾਂਦਾ ਹੈ ਕਿ ਹਾਂ ਇਹ ਗਲਤ ਆ। ਸੋ ਮੈਂ ਉਸ ਚੀਜ਼ 'ਤੇ ਨਾ ਕਿ ਇਹ ਸੋਚ ਕੇ ਕਿ ਯਾਰ ਇੱਦਾਂ ਮੈਨੂੰ ਗਲਤ ਕਿਉਂ ਕਿਹਾ, ਬਲਕਿ ਮੈਂ ਉਹਨੂੰ ਇੰਪਰੂਵ ਕਰਦੀ ਹਾਂ ਕਿ ਨਹੀਂ, ਮੈਨੂੰ ਇੰਪਰੂਵ ਕਰਨਾ। ਸੋ ਇਹ ਸਰਕਲ ਜਿਹੜਾ ਹੈ ਫਿਲਮੀ ਸਰਕਲ ਹੈ ਜਾਂ ਨਾਨ ਫਿਲਮੀ ਸਰਕਲ ਹੈ? ਕਿਉਂਕਿ ਜਿਹੜੇ ਨਾਨ ਫਿਲਮੀ ਵਾਲੇ ਹੁੰਦੇ ਨੇ ਨਾ, ਫੈਮਿਲੀ, ਉਹ ਹਮੇਸ਼ਾ ਹੀ ਸਹੀ ਰਾਏ ਦਿੰਦੇ ਨੇ। ਫਿਲਮੀ ਵਾਲੇ ਬਾਈ ਜੀ ਹੁੰਦੇ ਨੇ, ਉਹ ਜ਼ਰੂਰ ਉਹ ਕਹਿੰਦੇ ਨੇ ਵਾਹ ਜੀ ਬਿਲਕੁਲ ਠੀਕ ਹੈ, ਉਹਨਾਂ ਲਈ ਸਾਰਾ ਕੁਝ ਹੀ ਠੀਕ ਹੁੰਦਾ। ਹਾਂਜੀ, ਮਤਲਬ ਮੈਨੂੰ ਇਹ ਲੱਗਦਾ ਕਿ ਜੇ ਮੈਨੂੰ ਮੇਰੇ 'ਚ ਕਿਸੇ ਨੇ ਕਮੀ ਨਹੀਂ ਕੱਢੀ ਤਾਂ ਮਤਲਬ ਮੈਨੂੰ ਕੋਈ ਤਾਂ ਪ੍ਰੋਬਲਮ ਆ। ਮਤਲਬ ਕਿਉਂ ਨਹੀਂ ਕਮੀ ਕੱਢ ਰਹੇ, ਇੰਨਾ ਵੀ ਪਰਫੈਕਟ ਨਹੀਂ ਹੋ ਸਕਦਾ। ਐਬਸੋਲੂਟਲੀ। ਸੋ ਫੈਮਿਲੀ ਮੈਨੂੰ ਹਮੇਸ਼ਾ ਗਾਈਡ ਕਰਦੀ ਹੈ ਕਿ ਨਹੀਂ ਆਹ ਗਲਤ ਹੈ, ਇਹਨੂੰ ਸਹੀ ਕਰਨਾ। ਤੇ ਜਦੋਂ ਫਿਲਮਾਂ ਕਰਦੇ ਕਰਦੇ ਇੱਕ ਗਾਣਾ ਆ ਜਾਂਦਾ ਵਿੱਚ, ਅਸੀਂ ਦੇਖਦੇ ਹਾਂ ਉੱਥੇ ਵੀ ਸਾਵਨ ਹੈਗੀ ਆ, ਹਾਊ ਡੂ ਯੂ ਡੂ ਦੈਟ? ਮਤਲਬ ਮਿਊਜ਼ਿਕ ਐਲਬਮਸ ਜਾਂ ਗਾਣਿਆਂ 'ਚ ਜਾਂ ਸਿੰਗਲ ਟਰੈਕਸ, ਇਹ ਸਾਰਾ ਕੁਛ ਇਹ ਜ਼ਰੂਰੀ ਹੁੰਦਾ ਜਾਂ ਤੁਸੀਂ ਕੌਨਸ਼ੀਅਸਲੀ ਇਹਨੂੰ ਡਿਸਾਈਡ ਕਰਦੇ ਹੁਣ ਮੈਂ ਫਿਲਮ ਕਰਾਂਗੀ, ਹੁਣ ਮੈਂ ਗਾਣਾ ਕਰਾਂਗੀ, ਹੁਣ ਮੈਂ ਨਹੀਂ, ਮਤਲਬ ਮੈਨੂੰ ਇਹ ਸੀਗਾ ਕਿ ਯੈਸ ਕਿ ਫਿਲਮਾਂ ਵਧੀਆ ਚੱਲ ਰਿਹਾ, ਸੋ ਮੈਨੂੰ ਸੀਗਾ ਕਿ ਮੈਂ ਸਤਿੰਦਰ ਸਰਤਾਜ ਜੀ ਨਾਲ ਕੰਮ ਕਰਨਾ ਹੈ। ਸੋ ਮੈਨੂੰ ਬਹੁਤ, ਮਤਲਬ ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਆ। ਸੋ ਮੈਂ ਉਹਨਾਂ ਨਾਲ ਗਾਣਾ ਕੀਤਾ, ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਇੱਦਾਂ ਲੱਗਿਆ ਕਿ ਸਿਰਫ ਚਲੋ ਫਿਲਮਾਂ ਤਾਂ ਕਰਦੀ ਹਾਂ, ਗਾਣੇ ਵੀ ਕਰਨੇ ਚਾਹੀਦੇ। ਲੈਟਸ ਸੀ ਕਿ ਮੈਂ ਕੀ ਕਰ ਸਕਦੀ ਹਾਂ, ਜਾਂ ਉਹੀ ਗੱਲ ਕਿ ਮੇਰੇ 'ਚ ਕੀ ਕਮੀ ਆ। ਕੀ ਚੰਗਾ ਲੱਗਿਆ ਗਾਣੇ ਸ਼ੂਟ ਕਰਕੇ? ਸਤਿੰਦਰ ਸਰਤਾਜ ਬਾਰੇ ਕੀ ਤੁਹਾਨੂੰ ਇੱਦਾਂ ਲੱਗਿਆ ਕਿ ਤੁਸੀਂ ਡਿਸਕਵਰ ਕੀਤਾ ਡਿਊਰਿੰਗ ਦੈਟ ਸ਼ੂਟ ਪਾਰਟ? ਜੀ, ਪਹਿਲੀ ਗੱਲ ਤਾਂ ਸਰਤਾਜ ਸਰ ਨੂੰ ਦੇਖਦੇ ਹੀ ਮੈਂ ਭੁੱਲ ਗਈ ਕਿ ਮੈਂ ਐਕਟਰੈਸ ਹਾਂ। ਮਤਲਬ ਆਈ ਐਮ ਲਾਈਕ ਕਿ ਸਰ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ। ਅਤੇ ਮਤਲਬ ਉਹਨਾਂ ਨੇ ਮੈਨੂੰ ਇੰਨਾ ਐਪਰੀਸ਼ੀਏਟ ਕੀਤਾ। ਉਹਨਾਂ ਨੇ ਮੈਨੂੰ ਕਿਹਾ ਕਿ ਸਾਵਨ ਅਸੀਂ ਸੇਮ ਫੀਲਡ ਤੋਂ ਹਾਂ, ਮਤਲਬ ਇੱਦਾਂ ਨਹੀਂ ਹੈ, ਮਤਲਬ ਤੁਸੀਂ ਵੀ ਐਕਟਰੈਸ ਹੋ। ਸੋ ਮੈਂ ਕਿਹਾ ਨਹੀਂ ਸਰ, ਤੁਸੀਂ ਮੰਨੋਗੇ ਮੈਂ ਨਾਲ ਆਪਣੇ ਇੱਕ ਕਾਪੀ ਨਾਲ ਲੈ ਕੇ ਆਈ। ਸਰ ਆਈ ਵਾਂਟ ਯੂਰ ਆਟੋਗ੍ਰਾਫ, ਐਂਡ ਹੀ ਵਾਜ਼ ਲਾਈਕ ਬਲਸ਼ਿੰਗ। ਉਹਨਾਂ ਇੰਨੇ ਜ਼ਿਆਦਾ ਬਲਸ਼ ਕਰ ਰਹੇ ਸੀ ਨਾ, ਵੀ ਉਹਨਾਂ ਨੂੰ ਇਹ ਫੀਲ ਹੋ ਰਿਹਾ ਸੀ ਵੀ ਇੱਦਾਂ ਕਿਉਂ ਕਰ ਰਿਹਾ, ਬਟ ਉਹ ਦਿਲੋਂ ਰਿਸਪੈਕਟ। ਮੈਂ ਉਹਨਾਂ ਨੂੰ ਇਹੀ ਕਿਹਾ ਸੀਗਾ ਮੈਂ ਐਕਟਰੈਸ ਹੈਗੀ ਹਾਂ, ਉਹ ਇੱਕ ਅਲੱਗ ਚੀਜ਼ ਆ, ਬਟ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ, ਮੈਂ ਬਹੁਤ ਰਿਸਪੈਕਟ ਕਰਦੀ ਹਾਂ ਤੁਹਾਨੂੰ। ਸੋ ਕਹਿੰਦੇ ਇੱਦਾਂ ਆਰਟਿਸਟ ਖੋਲ੍ਹ ਕੇ ਮੈਂ ਮਤਲਬ ਦੇਖਿਆ ਨਹੀਂ ਕਦੇ ਕਿੱਦਾਂ ਕੋਈ ਖੋਲ੍ਹ ਕੇ ਬੋਲਦੇ ਕਿਸੇ ਦੂਜੇ ਆਰਟਿਸਟ ਬਾਰੇ। ਅਤੇ ਫਿਰ ਮੈਂ ਕਿਹਾ ਨਹੀਂ ਸਰ, ਮੈਂ ਤੁਹਾਡੀ ਸੱਚੀ ਬਹੁਤ ਵੱਡੀ ਫੈਨ ਹਾਂ। ਅਤੇ ਹੋਰ ਕਿਸ ਦੇ ਫੈਨ ਹੋ ਤੁਸੀਂ ਇੰਡਸਟਰੀ 'ਚ? ਕੋਈ ਇਹੋ ਜਿਹੇ ਜਿਹੜਾ ਤੁਸੀਂ ਸੋਚਦੇ ਸੀਗੇ ਕਿ ਮੈਂ ਇਹਨਾਂ ਦੀ ਬਹੁਤ ਵੱਡੀ ਫੈਨ ਹੈ ਅਤੇ ਹੁਣ ਮੈਂ ਉਹਨਾਂ ਦੇ ਨਾਲ ਕੰਮ ਕਰ ਰਹੀ ਹਾਂ? ਜਾਂ ਪੰਜਾਬੀ ਇੰਡਸਟਰੀ ਦੇ ਵਿੱਚ ਐਨੀਵੇਅਰ, ਮਤਲਬ ਮੈਂ ਸਰਗੁਣ ਮੈਮ ਨਾਲ ਕੰਮ ਕਰ ਚੁੱਕੀ ਹਾਂ। ਮਤਲਬ ਸਾਡਾ ਇਕੱਠੇ ਸੀਨ ਨਹੀਂ ਸੀਗਾ, ਮੇਰੀ ਗੈਸਟ ਅਪੀਅਰੈਂਸ ਸੀਗੀ ਮੋਹ ਦੇ ਵਿੱਚ। ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਮਤਲਬ ਉਹਨਾਂ ਤੋਂ ਬਹੁਤ ਇੰਸਪਾਇਰਡ ਹੋਈ। ਮੈਂ ਨੀਰੂ ਮੈਮ ਨੂੰ ਪਹਿਲੀ ਵਾਰ ਮਿਲੀ ਥੋੜ੍ਹੇ ਦਿਨ ਪਹਿਲਾਂ ਹੀ, ਮਤਲਬ ਉਹਨਾਂ ਦਾ ਪ੍ਰੀਮੀਅਰ ਸੀਗਾ ਕਲੀ ਜੋਟਾ ਦਾ। ਮੈਂ ਉਹਨਾਂ ਨੂੰ ਲਾਈਵ ਫਸਟ ਟਾਈਮ ਦੇਖਿਆ ਐਂਡ ਮੈਨੂੰ ਇੰਨਾ ਵਧੀਆ ਲੱਗਿਆ, ਕਿਉਂਕਿ ਇਹ ਸਾਡੇ ਤੋਂ ਸੀਨੀਅਰ ਨੇ। ਨੀਰੂ ਮੈਮ ਹੋ ਗਏ, ਹੈ ਨਾ, ਸਰਗੁਣ ਮੈਮ ਹੋ ਗਏ, ਇਹਨਾਂ ਨੂੰ ਲੰਬਾ ਟਾਈਮ ਹੋ ਗਿਆ ਇੰਡਸਟਰੀ ਦੇ ਵਿੱਚ। ਸੋ ਮੈਂ ਆਲਵੇਜ਼ ਇਹਨਾਂ ਤੋਂ ਸਿੱਖਦੀ ਹਾਂ, ਐਪਰੀਸ਼ੀਏਟ ਕਰਦੀ ਹਾਂ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ। ਸੋ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਸੀ। ਸੋ ਮੈਂ ਉਹਨਾਂ ਤੋਂ ਬਹੁਤ ਇੰਸਪਾਇਰਡ ਔਰ ਮੈਂ ਦਿਲੋਂ ਚਾਹੁੰਦੀ ਹਾਂ ਕਿ ਲਾਈਕ ਮੈਂ ਇਹਨਾਂ ਨਾਲ ਕੰਮ ਕਰਾਂ। ਇੰਡਸਟਰੀ ਦੀ ਕੋਈ ਇਹੋ ਜਿਹੀ ਗੱਲ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗਦੀ ਹੈ ਅਤੇ ਇਹੋ ਜਿਹੀ ਗੱਲ ਜਿਹੜੀ ਤੁਹਾਨੂੰ ਲੱਗਦਾ ਹੈ ਇੰਡਸਟਰੀ ਨੀਡਸ ਟੂ ਵਰਕ ਔਨ, ਥੋੜ੍ਹਾ ਕੰਮ ਕਰਨ ਦੀ ਲੋੜ ਹੈਗੀ ਇਹਨਾਂ ਨੂੰ ਵੀ? ਚੰਗੀ ਇਹ ਲੱਗਦੀ ਹੈ ਕਿ ਛੋਟੀ ਜਿਹੀ ਇੰਡਸਟਰੀ ਆ ਸਾਡੀ, ਹੈ ਨਾ। ਸੋ ਮੈਨੂੰ ਇਹ ਲੱਗਦਾ ਕਿ ਇੱਕ ਦੂਜੇ ਨੂੰ ਲਾਈਕ ਆਪਾਂ ਕਿਸੇ ਨਾਲ ਅਗਰ ਕੰਮ ਕਰਨਾ, ਮਤਲਬ ਮੈਂ ਜੋ ਅਬਜ਼ਰਵ ਕੀਤਾ ਜਾਂ ਜੋ ਮੈਂ ਕਰਦੀ ਹਾਂ ਨਾ, ਸੋ ਆਪਾਂ ਕਹਿ ਦਿੰਦੇ ਵੀ ਲੈਟਸ, ਹੈ ਨਾ, ਅਸੀਂ ਫਿਲਮ ਕਰਦੇ ਹਾਂ ਜਾਂ ਅਸੀਂ ਮਤਲਬ ਉਹ ਇੱਕ ਮਿਊਚੁਅਲ ਅੰਡਰਸਟੈਂਡਿੰਗ ਨਾਲ ਵੀ ਆਪਾਂ, ਹੈ ਨਾ, ਪ੍ਰੋਜੈਕਟ ਕਰ ਲੈਂਦੇ ਹਾਂ। ਸੋ ਮੈਨੂੰ ਬੁਰੀ ਚੀਜ਼ ਇਹ ਲੱਗੀ ਕਿ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਥੋੜ੍ਹਾ ਜਿਹਾ ਹੋਰ ਆਪਾਂ ਨੂੰ ਨਵੇਂ ਪ੍ਰੋਜੈਕਟਸ 'ਤੇ, ਮੈਨੂੰ ਪਤਾ ਇੱਕ ਪ੍ਰੋਡਿਊਸਰ ਲਈ ਬਹੁਤ ਟਫ ਹੁੰਦਾ ਆ ਕਿਸੇ ਨਵੇਂ ਕਨਸੈਪਟ 'ਤੇ ਪੈਸਾ ਲਾਉਣਾ, ਮਤਲਬ ਉਹ ਰਿਟਰਨ ਵੀ ਆਏਗਾ ਕਿ ਨਹੀਂ, ਹੈ ਨਾ, ਬਹੁਤ ਟਫ ਆ। ਬਟ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਰਿਸਕ ਆਪਾਂ ਸਹੀ ਕੰਟੈਂਟ 'ਤੇ ਜੇ ਲਾਈਏ ਅਤੇ ਆਡੀਅੰਸ ਜਿਹੜੀ ਐਪਰੀਸ਼ੀਏਟ ਕਰਦੀ ਹੈ, ਕਿਉਂਕਿ ਅੱਜ ਕੱਲ੍ਹ ਆਡੀਅੰਸ ਜਿਹੜੀ ਬਹੁਤ ਸਮਾਰਟ ਆ। ਨੈਟਫਲਿਕਸ, ਐਮਾਜ਼ੋਨ 'ਤੇ ਬਹੁਤ ਵੱਡੇ ਬਹੁਤ ਸੋਹਣੇ ਕਨਸੈਪਟਸ ਆ ਰਹੇ ਆ। ਸਾਡੀ ਇੰਡਸਟਰੀ ਵੀ ਐਫਰਟ ਕਰ ਰਹੀ ਹੈ। ਹੁਣ ਲਾਸਟ ਤੁਸੀਂ ਦੇਖੋ ਕਿ ਦੋਨੋਂ ਵਿਮਨ ਸੈਂਟਰਿਕ ਫਿਲਮਾਂ ਸੀਗੀਆਂ, ਉਹ ਕਿੰਨਾ ਅੱਛਾ ਵਰਕ ਕੀਤਾ, ਗੋਡੇ ਗੋਡੇ ਚਾਅ ਨੇ ਅਤੇ ਕਲੀ ਜੋਟਾ ਨੇ। ਸੋ ਮੈਨੂੰ ਇਹ ਲੱਗਦਾ ਕੰਟੈਂਟ ਮੈਟਰ ਹੀ ਕਰਦਾ ਹੈ, ਬਹੁਤ ਜ਼ਰੂਰੀ ਆ। ਸੋ
ਹੋਰ ਸਾਡੇ ਪ੍ਰੋਡਿਊਸਰਸ ਨੂੰ ਨਵੇਂ ਜਿਹੜੇ ਚਿਹਰੇ ਨੇ ਜਾਂ ਨਵਾਂ ਟੈਲੈਂਟ ਆ ਉਹਨਾਂ ਤੇ ਵੀ ਟਰਸਟ ਕਰਨਾ ਚਾਹੀਦਾ ਹੈ ਔਰ ਉਹਨਾਂ ਨਾਲ ਕੰਮ ਕਰਨਾ ਚਾਹੀਦਾ ਹੈ। ਬਿਲਕੁਲ, ਤਾਂ ਕਿ ਉਹ ਵੀ ਨਜ਼ਰ ਆਉਣ, ਨਹੀਂ ਤਾਂ ਉਹ ਵੀ ਹਤਾਸ਼ ਹੋ ਕੇ ਮੈਨੂੰ ਲੱਗਦਾ OTT ਵੱਲ ਚੱਲ ਜਾਣਗੇ ਫਿਰ ਕੋਈ ਨਾ ਕੋਈ। ਪਰ ਐਂ ਤਾਂ ਮੇਰੇ ਵਰਗੇ ਜ਼ਿੱਦੀ ਵੀ ਹੁੰਦੇ ਆ ਜਿਹੜੇ ਇੱਥੇ ਰਹਿ ਜਾਣਗੇ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਨਹੀਂ ਮੈਂ ਸਟੈਂਡ ਕਰਨਾ ਹੈ ਕਿਸੇ ਵੀ ਹਾਲਤ 'ਚ। ਸੋ ਇਸ ਲਈ ਫਿਰ ਮੈਨੂੰ ਇਹ ਹੁੰਦਾ ਕਿ ਕੰਟੈਂਟ ਮੈਟਰ ਕਰਦਾ ਹੈ। ਅੱਜ ਨਹੀਂ ਸਮਝ ਆਊਗਾ, ਕੱਲ ਨਹੀਂ ਸਮਝ ਆਊਗਾ, ਕਦੇ ਤਾਂ ਸਮਝ ਆਊਗਾ, ਕਦੇ ਤਾਂ ਸਮਝ ਆਊਗਾ ਜੀ। ਦੈਟ ਇਜ਼ ਵੈਰੀ ਨਾਈਸ। ਤੇ ਸਾਵਨ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਕਿਹੜੇ ਆ, ਜ਼ਰੂਰ ਦੱਸਿਓ ਸਾਨੂੰ। ਜੀ ਇੱਕ ਤਾਂ ਚਲੋ ਸ਼ਾਹੀ ਮਾਜਰਾ ਆ ਗਈ, ਉਹਦੀ ਸੀਕੁਅਲ ਸੈਕਿੰਡ ਹਨਾ ਹੁਣ ਬਣੇਗਾ। ਤੇ ਦੂਸਰਾ ਮੇਰੀ ਗੁੜੀਆ ਫਿਲਮ ਆ ਰਹੀ ਆ। ਗੁੜੀਆ ਇਟਸ ਅ ਹਾਰਰ ਫਿਲਮ। ਓ ਇਟਸ ਅ ਹਾਰਰ ਫਿਲਮ। ਲਾਈਕ ਕਹਿ ਸਕਦੇ ਹੋ ਪਹਿਲੀ ਹਾਰਰ ਫਿਲਮ ਪੰਜਾਬੀ ਦੀ। ਜੀ, ਉਹ ਸ਼ੂਟ ਹੋ ਚੁੱਕੀ ਆ। ਉਹ ਹਾਰਰ ਹੀ ਹੈ ਨਾ, ਕਿਉਂਕਿ ਪਤਾ ਨਹੀਂ ਮੈਂ ਕਈ ਵਾਰ ਸੁਣਿਆ ਹੈ ਜਿਹੜੀ ਹਾਰਰ ਹੈ ਉਹ ਕਾਮੇਡੀ ਬਣ ਜਾਂਦੀ, ਕਾਮੇਡੀ ਹਾਰਰ ਹੋ ਜਾਂਦਾ। ਮਤਲਬ ਮੈਨੂੰ ਇਹ ਲੱਗਦਾ ਤੁਸੀਂ ਇੰਨਾ ਕਿ ਮੇਰੇ ਤੇ ਟਰਸਟ ਕਰ ਸਕਦੇ ਹੋ ਕਿ ਮੈਂ ਬਹੁਤ ਸੋਚ ਸਮਝ ਕੇ ਉਹ ਪ੍ਰੋਜੈਕਟ ਕੀਤਾ ਹੋਏਗਾ। ਸੋ ਉਹ ਮੈਂ ਕਹਿੰਦੀ ਹਾਂ ਕਿ ਹੁਣ ਤੱਕ ਦਾ ਮੇਰਾ ਸਭ ਤੋਂ ਚੈਲੰਜਿੰਗ ਕਰੈਕਟਰ ਆ ਜਿਹੜਾ ਮੈਂ ਉਹ ਕੀਤਾ, ਜਿਹਦੇ 'ਚ ਮੈਂ ਆਪਣਾ ਐਫਰਟਸ ਬਹੁਤ ਜ਼ਿਆਦਾ ਮਤਲਬ ਆਪਣੇ ਐਫਰਟਸ ਲਾਏ ਆ ਔਰ ਮੈਂ ਬਹੁਤ ਮਿਹਨਤ ਕਰਕੇ ਉਹ ਪ੍ਰੋਜੈਕਟ ਨੂੰ ਕੀਤਾ ਹੈ ਔਰ ਇੱਕ ਡਿਫਰੈਂਟ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਆਡੀਅנס ਨੂੰ ਵੀ ਜਿਹਦੇ ਤੇ ਲਾਈਕ ਡਿਬੇਟ ਵੀ ਹੋਵੇ ਔਰ ਜਿਹਦੇ ਤੇ ਲੋਕੀ ਗੱਲ ਵੀ ਕਰਨ ਕਿ ਹਾਂ ਕਿ ਇਹਨੂੰ ਐਪਰੀਸ਼ੀਏਟ ਕੀਤਾ ਜਾ ਸਕਦਾ ਹੈ। ਸੋ ਮੇਰਾ ਹਾਰਰ ਇਟਸ ਅ ਵੂਮਨ ਸੈਂਟਰਿਕ ਜਾਂ ਤੁਹਾਡੇ ਨਹੀਂ ਕਹਿ ਸਕਦੇ ਆ ਮੇਲ ਐਕਟਰ ਨੇ ਉਹਦੇ 'ਚ ਯੁਵਰਾਜ ਹੰਸ ਨੇ ਉਹਦੇ 'ਚ, ਔਰ ਮੈਂ ਉਹਦੇ 'ਚ ਹਾਰਰ ਕਰੈਕਟਰ ਕਰ ਰਹੀ ਹਾਂ। ਮਤਲਬ ਮੈਂ ਤੁਸੀਂ ਰਿਸਕ ਲਿਆ ਹੈ। ਠੀਕ ਹੈ ਜੀ, ਦੇਖਦੇ ਹਾਂ ਕਿ ਇਹਨਾਂ ਦੀ ਰਿਸਕ ਲੈਣ ਦੀ ਆਦਤ ਕਿੰਨਾ ਪੇ ਕਰਦੀ। ਬਟ ਆਈ ਰੀਅਲੀ ਵਿਸ਼ ਐਂਡ ਆਈ ਡੂ ਵਾਂਟ ਕਿ ਇਟ ਸ਼ੁੱਡ ਪੇ, ਹੈ ਨਾ, ਕੁਛ ਨਵਾਂ ਕਨਸੈਪਟ ਆਉਣਾ ਚਾਹੀਦਾ ਹੈ। ਹਾਂਜੀ ਜੈਸਮੀਨ, ਐਕਚੁਅਲੀ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਤੁਸੀਂ ਬੀਇੰਗ ਅ ਹੀਰੋ ਜਾਂ ਮੇਲ ਐਕਟਰ ਆ, ਜੇ ਉਹ ਫਿਲਮਾਂ ਦੇ ਵਿੱਚ ਹੀਰੋ ਨੇ ਤੇ ਉਹਨਾਂ ਨੂੰ ਰੀਅਲ ਲਾਈਫ ਦੇ ਵਿੱਚ ਵੀ ਹੋਣਾ ਚਾਹੀਦਾ ਹੈ। ਇਹ ਤਾਂ ਮੇਨਲੀ ਹੈਗਾ ਹੀ ਆ, ਬਟ ਐਜ਼ ਐਨ ਫੀਮੇਲ ਜੇ ਤੁਸੀਂ ਐਕਟਰਸ ਹੋ ਫਿਲਮ ਇੰਡਸਟਰੀ ਦੇ ਵਿੱਚ ਤਾਂ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਵੀ ਉਹ ਚੀਜ਼ ਨੂੰ ਅਪਣਾਉਣਾ ਚਾਹੀਦਾ ਹੈ ਕਿ ਇੱਕ ਅਦਾਕਾਰ ਹੋਣਾ ਲੋਕੀ ਤੁਹਾਡੇ ਤੋਂ ਇੰਸਪਾਇਰਡ ਹੁੰਦੇ ਆ। ਮੈਨੂੰ ਕਈ ਵਾਰੀ ਕਈ ਇੱਦਾਂ ਦੇ ਫੈਨਸ ਮਿਲਦੇ ਜਿਹੜੇ ਕਹਿੰਦੇ ਸਾਡੀ ਬੇਟੀ ਤੁਹਾਡੀ ਵਰਗੀ ਬਣਨਾ ਚਾਹੁੰਦੀ ਆ, ਸਾਡੀ ਬੇਟੀ ਦਾ ਨਾਮ ਅਸੀਂ ਤੁਹਾਨੂੰ ਦੇਖ ਕੇ ਸੋਚ ਕੇ ਰੱਖਿਆ। ਸੋ ਇੱਕ ਬੜੀ ਵੱਡੀ ਰਿਸਪੌਂਸਿਬਿਲਿਟੀ ਆ ਜਾਂਦੀ ਤੁਹਾਡੇ ਤੇ। ਸੋ ਇਸ ਚੀਜ਼ ਨੂੰ ਮੈਂ ਮੇਨਟੇਨ ਕਰਨਾ ਸੱਚੀ ਮੇਰੇ ਲਈ ਬਹੁਤ ਇੰਪੋਰਟੈਂਟ ਆ ਕਿ ਮੇਰੀ ਆਡੀਅנס ਮੈਨੂੰ ਮੁਹੱਬਤ ਕਰੇ ਆਲਵੇਜ਼, ਮੈਂ ਕਦੇ ਵੀ ਉਹਨਾਂ ਨੂੰ ਨਿਰਾਸ਼ ਨਾ ਕਰਾਂ। ਮੈਨੂੰ ਲੱਗਦਾ ਨਹੀਂ ਤੁਸੀਂ ਕਦੇ ਵੀ ਉਹਨਾਂ ਨੂੰ ਨਿਰਾਸ਼ ਕਰੋਗੇ। ਸਾਵਨ, ਇਟ ਵਾਸ ਸੱਚ ਅ ਪਲੇਜ਼ਰ ਟਾਕਿੰਗ ਟੂ ਯੂ। ਤੇ ਆਪਾਂ ਜ਼ਰੂਰ, ਕਿਉਂਕਿ ਤੁਸੀਂ ਹਜੇ ਹੈਗੇ ਹੋ, ਮੈਨੂੰ ਲੱਗਦਾ ਘੁੰਮ ਫਿਰ ਰਹੇ ਹੋ ਹਜੇ ਮੈਂ ਘੁੰਮ ਰਹੀ ਹਾਂ। ਕਿੱਥੇ ਗਏ ਹੋ ਖਾਸ? ਦੇਖਿਆ ਬਹੁਤ ਜਗ੍ਹਾ ਗਈ, ਬਹੁਤ ਜਗ੍ਹਾ ਦੇਖਿਆ। ਐਕਚੁਅਲੀ ਮੇਰੀ ਸਿਸਟਰਸ ਇੱਥੇ ਰਹਿੰਦੀਆਂ ਤੇ ਉਹਨਾਂ ਮਤਲਬ ਮੈਂ ਉਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਅਗਰ ਕੁਝ ਖਾਣਾ ਵੀ ਆ ਤੇ ਤੁਸੀਂ ਜੋ ਮਰਜ਼ੀ ਮੰਗਾਓ, ਮੇਰੇ ਲਈ ਬਹੁਤ ਨਿਊ ਆ। ਕਿਤੇ ਘੁੰਮਣਾ ਵੀ ਆ ਤੁਸੀਂ ਦੱਸੋ, ਮਤਲਬ ਮੇਰੇ ਲਈ ਨਿਊ ਆ, ਮੇਰੇ ਲਈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕ ਸਰਪ੍ਰਾਈਜ਼ ਆ। ਸੋ ਇਟਸ ਫਰਸਟ ਟਾਈਮ ਇਨ ਕੈਨੇਡਾ? ਯੈਸ। ਓ ਦੈਟਸ ਗ੍ਰੇਟ। ਤੇ ਤੁਹਾਡੀ ਇੱਕ ਸਿਸਟਰ ਦਾ ਨਾਮ ਜੈਸਮਿਨ ਵੀ ਹੈ? ਹਾਂਜੀ, ਉਹ ਲੰਡਨ ਹੈ। ਉਹ ਲੰਡਨ ਨੇ? ਅੱਛਾ, ਓਕੇ, ਦੈਟਸ ਗ੍ਰੇਟ। ਲਵਲੀ ਟਾਕਿੰਗ ਟੂ ਯੂ। ਆਪਾਂ ਫੇਰ ਸਬਬ ਬਣਿਆ ਤੇ ਛੇਤੀ ਬੈਠਾਂਗੇ, ਅਸੀਂ ਫੇਰ ਦੁਬਾਰਾ ਬੈਠਾਂਗੇ। ਤੁਸੀਂ ਮੈਨੂੰ ਵੀ ਬਹੁਤ ਵਧੀਆ ਲੱਗਿਆ ਗੱਲ ਕਰਕੇ। ਅੱਜ ਮੈਂ ਬੜੇ ਦਿਨਾਂ ਬਾਅਦ ਇੰਡਸਟਰੀ ਦੀ ਗੱਲਾਂ ਕੀਤੀਆਂ ਕਿਉਂਕਿ ਮੈਂ ਥੋੜਾ ਵਿਕੇਸ਼ਨਸ 'ਚ ਬਿਜ਼ੀ ਸੀ, ਬਟ ਇੱਕ ਮਾਹੌਲ ਬਣਿਆ। ਤੁਸੀਂ ਇੰਨੇ ਖੂਬਸੂਰਤ ਕੁਐਸਚਨਸ ਮੈਨੂੰ ਪੁੱਛੇ, ਉਹਦੇ ਲਈ ਥੈਂਕ ਯੂ ਸੋ ਮਚ। ਮੈਂ ਖੂਬਸੂਰਤ ਇਨਸਾਨ ਦੇਖ ਲਿਆ। ਤੁਸੀਂ ਖੂਬਸੂਰਤ ਵੀ ਬਹੁਤ ਹੋ। ਸੋ ਮੈਨੂੰ ਲੱਗਿਆ ਕਿ ਉਹ ਇਨਸਾਨ ਜਿਹੜਾ ਇੱਕ ਥੀਏਟਰ ਤੋਂ ਆਉਂਦਾ ਹੈ ਤੇ ਇੰਨੇ ਕੀ ਹੁੰਦਾ ਇੰਡਸਟਰੀ 'ਚ ਨਾ ਭੇਡ ਚਾਲ ਬਹੁਤ ਹੈ, ਜਿੱਦਾਂ ਸਾਰੇ ਕਰ ਰਹੇ। ਜਦੋਂ ਉਹ ਵੱਖਰੀ ਡਾਇਰੈਕਸ਼ਨ 'ਚ ਚੱਲਣਾ ਹੋਏ ਨਾ, ਉਹਦੇ ਲਈ ਹਿੰਮਤ ਚਾਹੀਦੀ ਹੁੰਦੀ ਹੈ, ਥੋੜਾ ਵੱਖਰਾ ਹੋ ਕੇ ਚੱਲਣਾ, ਕਿਉਂਕਿ ਲੋਕ ਤੁਹਾਨੂੰ ਇਕੱਲਾ ਵੀ ਕਰ ਦਿੰਦੇ ਨੇ, ਪਰ ਉਹ ਹਿੰਮਤ ਦੀ ਦਾਤ ਦਿੰਦੇ ਹਾਂ ਅਸੀਂ ਤੁਹਾਡੇ। ਐਂਡ ਥੈਂਕ ਯੂ ਸੋ ਮਚ ਫॉर ਕਮਿੰਗ ਟੂ ਦ ਸਟੂਡੀਓ। ਆਈ ਵਿਲ ਡੈਫੀਨੇਟਲੀ ਕਨੈਕਟ ਵਿਦ ਯੂ ਅਗੇਨ। ਫਿਰ ਦੁਬਾਰਾ ਬੈਠਾਂਗੇ, ਗੱਲਾਂ ਬਾਤਾਂ ਕਰਾਂਗੇ। ਡੈਫੀਨੇਟਲੀ ਜੈਸਮਿਨ। ਥੈਂਕ ਯੂ ਜੀ, ਥੈਂਕ ਯੂ ਸਾਵਨ।